ਤੁਸੀਂ ਬੜੀ ਮਿਹਨਤ ਕਰਕੇ ਇਹ ਜ਼ਮੀਨ ਜਿਹੜੀ ਹੈ ਜ਼ਬਤ ਕੀਤੀ ਸੀ। ਬਹੁਤ ਵੱਡਾ ਇਹ ਸਕੈਮ ਸੀ। ਪੂਰਾ ਪੰਜਾਬ ਜਿਹੜਾ ਇਸ ਕੇਸ ਵੱਲ ਦੇਖ ਰਿਹਾ ਸੀ, ਤੁਹਾਡੇ ਵੱਲ ਦੇਖ ਰਿਹਾ ਸੀ। ਬੜੀ ਮਿਹਨਤ ਕੀਤੀ, ਇਹ ਜ਼ਮੀਨ ਵੀ ਜ਼ਬਤ ਕੀਤੀ। ਪਰ ਹੁਣ ਕੀ ਸੋਚ ਰਹੇ ਹੋ ਕਿ ਤੁਹਾਡੀ ਕੀਤੀ ਜਿਹੜੀ ਜ਼ਬਤ ਕੀਤੀ ਜ਼ਮੀਨ ਹੈ ਉਹਦੇ ਉੱਪਰ ਇਸ ਤਰੀਕੇ ਨਾਲ ਨਜਾਇਜ਼ ਮਾਈਨਿੰਗ ਹੋ ਰਹੀ ਹੈ? प्रॉपर्टी मैं अटैच कराई सी मार्च 2015 ਚ ਜ਼ਮੀਨ ਜਿਹੜੀ ਜ਼ਬਤ ਕੀਤੀ, ਔਰ ਇਸੇ ਕਰਕੇ ਕਿਸੇ ਬੰਦੇ ਨੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਅੱਜ ਤੋਂ 2-2.5 ਮਹੀਨੇ ਪਹਿਲਾਂ ਕਿ ਇਹ ਜ਼ਮੀਨ ਦੇ ਉੱਪਰ ਜਿਹੜੇ ਆ ਉਹ ਨਜਾਇਜ਼ ਮਾਈਨਿੰਗ ਜਿਹੜੀ ਆ ਹੋ ਰਹੀ ਹੈ। ਸੈਪਟੈਂਬਰ ਚ ਕੋਈ 20-22 ਤਰੀਕ ਨੂੰ ਮੇਰੇ ਕੋਲ ਮੇਰੇ ਘਰ ਦੇ ਐਡਰੈਸ ਦੇ ਉੱਪਰ ਕੋਈ ਲੈਟਰ ਆਇਆ। ਉਹਦੇ ਵਿੱਚ ਇਹੀ ਸੀ ਲਿਖਿਆ ਕਿ ਜਿਹੜੀ ਭੋਲੇ ਦੀ ਜਿਹੜੀ ਅਟੈਚਡ ਪ੍ਰਾਪਰਟੀ ਹੈ, ਲੈਂਡ ਹੈ, ਉੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ, ਸੈਂਡ ਮਾਈਨਿੰਗ ਹੋ ਰਹੀ ਹੈ। ਅੱਛਾ। ਉਸ ਤੋਂ ਇਲਾਵਾ ਕਾਫੀ ਹੋਰ ਵੀ ਉਸ ਲੈਟਰ ਦੇ ਵਿੱਚ ਆਈ ਰਿਮੈਂਬਰ ਖੁਲਾਸੇ ਸੀਗੇ। ਤੁਸੀਂ ਫਿਰ ਉਹ ਲੈਟਰ ਅੱਗੇ ਈਡੀ ਨੂੰ ਉਹ ਜਿਹੜਾ ਲੈਟਰ ਮੇਰੇ ਕੋਲ ਆਇਆ ਸੀ ਉਹ ਮੈਨੂੰ ਯਾਦ ਹੈ 25/9/2023 ਨੂੰ ਉਹ ਮੈਂ ਰਜਿਸਟਰੀ ਕਰਾਤੀ ਈਡੀ ਜਲੰਧਰ ਨੂੰ, ਤੇ ਉਹ ਪਹੁੰਚ ਵੀ ਗਿਆ। ਮੈਂ ਪਤਾ ਵੀ ਕੀਤਾ ਤੇ ਕੰਸਰਨਡ ਅਫਸਰ ਨਾਲ ਮੈਂ ਗੱਲ ਵੀ ਕੀਤੀ। ਹੀ ਸਾਈਡ ਕਿ ਜੀ ਸਾਡੇ ਕੋਲ ਲੈਟਰ ਆਇਆ ਸੀ, ਵੀ ਆਰ ਲੁਕਿੰਗ ਇਨਟੂ ਇਟ। 2 ਮਹੀਨੇ ਬੀਤਣ ਤੋਂ ਬਾਅਦ ਵੀ ਈਡੀ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ, ਯਾਨੀ ਕਿ ਈਡੀ ਨੂੰ ਜਾਣਕਾਰੀ ਸੀ ਕਿ ਜਿਹੜੀ ਸਾਡੇ ਵੱਲੋਂ ਇਹ ਜ਼ਬਤ ਕੀਤੀ ਜ਼ਮੀਨ ਆ ਉੱਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਪਰ ਈਡੀ ਨੇ ਕੋਈ ਕਾਰਵਾਈ ਨਹੀਂ ਕੀਤੀ। ਕਿ ਵਿਦਆਊਟ ਦੀ ਕਨਾਈਵੈਂਸ ਮਿਲੀ ਭੁਗਤ ਕੰਸਰਨਡ ਅਥਾਰਟੀ ਦੇ ਬਿਨਾ ਮਾਈਨਿੰਗ ਨਹੀਂ ਹੋ ਸਕਦੀ ਸੀ, ਚਾਹੇ ਉਹ ਰੈਵਨਿਊ ਡਿਪਾਰਟਮੈਂਟ ਹੋਏ, ਚਾਹੇ ਡਿਸਟ੍ਰਿਕਟ ਮਾਈਨਿੰਗ ਅਥਾਰਟੀ ਹੋਣ, ਜਾਂ ਫਿਰ ਕੋਈ ਪੁਲਿਸ ਦਾ ਅਥਾਰਟੀ ਹੋਏ। ਇਹਨਾਂ ਤਿੰਨਾਂ ਦੀ ਵਿਦਆਊਟ ਮਿਲੀ ਭੁਗਤ ਉੱਥੇ ਇਲੀਗਲ ਸੈਂਡ ਮਾਈਨਿੰਗ ਨਹੀਂ ਹੋ ਸਕਦੀ। ਤੁਸੀਂ ਅਫਸਰ ਰਹੇ ਹੋ, ਬਹੁਤ ਵੱਡੀਆਂ ਇਨਕੁਆਇਰੀਆਂ ਤੁਸੀਂ ਕੀਤੀਆਂ ਨੇ, ਤੁਹਾਨੂੰ ਆਦਤ ਹੈ ਤੱਥਾਂ ਤੇ ਗੱਲ ਕਰਨ ਦੀ, ਪਰ ਜਿਸ ਤਰੀਕੇ ਦੇ ਨਾਲ ਇਸ ਗੱਲਬਾਤ ਤੋਂ ਤੱਥ ਨਿਕਲ ਕੇ ਸਾਹਮਣੇ ਆਉਂਦੇ ਆ, ਜਿਵੇਂ ਤੁਸੀਂ ਦੱਸਿਆ ਕਿ ਮੈਂ ਈਡੀ ਨੂੰ ਜਾਣਕਾਰੀ ਦੇ ਦਿੱਤੀ, ਤੁਹਾਡਾ ਜਿਹੜਾ ਲੈਟਰ ਹੈ ਕਿ ਨਜਾਇਜ਼ ਮਾਈਨਿੰਗ ਉੱਥੇ ਹੋ ਰਹੀ ਹੈ, ਜਿਹੜੀ ਆਪਣੇ ਵੱਲੋਂ ਜ਼ਮੀਨ ਜ਼ਬਤ ਕੀਤੀ ਗਈ, ਫਿਰ ਜਿਹੜੇ ਉੱਥੇ FIR ਹੁੰਦੀ ਹੈ ਉਸ ਦੇ ਵਿੱਚ ਕਿਸੇ ਵਿਅਕਤੀ ਦਾ ਨਾਮ ਨਾ ਆਉਣਾ, ਫਿਰ FIR ਹੋਣ ਤੋਂ ਬਾਅਦ ਵੀ ਜਿਹੜੀ ਉੱਥੇ ਨਜਾਇਜ਼ ਮਾਈਨਿੰਗ ਜਾਰੀ ਰਹਿਣਾ, ਇਹ ਤੱਥ ਕੀ ਸ਼ੱਕ ਪੈਦਾ ਕਰਦੇ? ਮਿਲੀ ਭੁਗਤ ਹੈ। ਅਦਰਵਾਈਜ਼ ਜਿਹੜੀ ਸਾਡੀ ਪ੍ਰਾਪਰਟੀ ਅਟੈਚਡ ਹੈ ਉਹਦੇ ਉੱਪਰ ਕੋਈ ਟੈਂਪਰਿੰਗ ਜਾਂ ਟ੍ਰਾਂਸਫਰਿੰਗ ਜਾਂ ਕੋਈ ਹੋਰ ਐਕਟੀਵਿਟੀ ਉੱਥੇ ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਵਿਦਆਊਟ ਆਵਰ ਪਰਮਿਸ਼ਨ ਨਹੀਂ ਹੋ ਸਕਦੀ। ਦੂਸਰਾ ਕੇਸ ਸੀ ਕੰਦੋਲਾ ਡਰੱਗ ਕੇਸ। ਉਹਦੇ ਵਿੱਚ ਮੇਰੀ ਇਨਫੋਰਮੇਸ਼ਨ 'ਚ ਇਹ ਲਿਆਂਦਾ ਗਿਆ ਕਿ ਜੀ ਜਿੱਥੇ ਤੁਸੀਂ ਪ੍ਰਾਪਰਟੀ ਅਟੈਚ ਕੀਤੀ ਹੈ ਰਾਜੇ ਕੰਦੋਲਾ ਦੀ, ਉੱਥੇ ਝੋਨੇ ਦੀ ਫਸਲ ਹੈ। ਅਸੀਂ ਕਿਹਾ ਤੁਸੀਂ ਆ ਝੋਨੇ ਦੀ ਫਸਲ ਹਲੇ ਤਾਂ ਕੱਚੀ ਹੈ, ਇਹਨੂੰ ਥੋੜੀ ਪਕਣ ਦਿਓ ਤੇ ਮੈਨੂੰ ਫਿਰ ਇੰਟੀਮੇਟ ਕਰਨਾ, ਫਿਰ ਆਪਾਂ ਐਕਸ਼ਨ ਲਵਾਂਗੇ। ਉਹ ਝੋਨੇ ਦੀ ਫਸਲ ਪੱਕ ਗਈ ਜੀ। ਈਡੀ ਨੇ ਉੱਥੇ ਜਾ ਕੇ ਹਾਰਵੈਸਟਿੰਗ ਕੀਤੀ, ਝੋਨੇ ਦੀ ਫਸਲ ਕੱਟੀ, ਉਹ ਵੇਚ ਕੇ ਅਸੀਂ ਭਾਰਤ ਸਰਕਾਰ ਦੇ ਖਾਤੇ 'ਚ ਪੈਸੇ ਪਾਏ। ਅੱਛਾ। ਤੇ ਮੈਂ ਇਹ ਵੀ ਲਿਖਿਆ ਸੀ ਕਿ ਕੰਸਰਨਡ ਜਿਹੜੇ ਬੰਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਲਓ। ਨਜਾਇਜ਼ ਮਾਈਨਿੰਗ ਕਲੇਮ ਜਿਹੜੇ ਮਰਜ਼ੀ ਕਰਦੇ ਰਹਿਣ, ਇਹ ਸਰਕਾਰ ਵੀ ਜਿੰਨਾ ਮਰਜ਼ੀ ਕਲੇਮ ਕਰੇ, ਪਰ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਹੁਣ ਵੀ ਨਜਾਇਜ਼ ਮਾਈਨਿੰਗ ਦੇ ਜਿਹੜੇ ਕੇਸਿਸ ਹੈ ਹਾਈ ਕੋਰਟ ਦੇ ਵਿੱਚ ਜਾ ਰਹੇ ਨੇ। ਹਾਈ ਕੋਰਟ ਨੇ ਝਾੜਾਂ ਮਾਰੀਆਂ ਇਸ ਸਰਕਾਰ ਦੇ ਉੱਪਰ। ਹਾਈ ਕੋਰਟ ਨੂੰ ਸੀਰੀਅਸਲੀ ਨਹੀਂ ਲੈ ਰਹੇ, ਕਾਨੂੰਨ ਨੂੰ ਸੀਰੀਅਸਲੀ ਨਹੀਂ ਲੈ ਰਹੇ, ਤੁਸੀਂ ਲੋਕਾਂ ਨੂੰ ਸੀਰੀਅਸਲੀ ਨਹੀਂ ਲੈ ਰਹੇ। ਉੱਥੇ ਜ਼ਮੀਨ ਦਾ ਮਿਸਯੂਜ਼ ਹੋ ਰਿਹਾ ਹੈ, ਉੱਥੇ ਲੋਕਾਂ ਨੂੰ ਪਰੇਸ਼ਾਨੀਆਂ ਵੀ ਹੋ ਰਹੀਆਂ ਹੋਣੀਆਂ ਕਿਉਂਕਿ ਸੈਂਕੜਾ ਟਰੱਕ ਉੱਥੇ ਜਾ ਰਹੇ ਹੈ। ਹਾਂਜੀ, ਉੱਥੇ ਹੋਰ ਵੀ ਪੋਲਿਊਸ਼ਨ ਦਾ ਇਸ਼ੂ ਹੋਣਾ, ਉੱਥੇ এনवायरमेंट ਦਾ ਇਸ਼ੂ ਵੀ ਹੋਣਾ, ਉੱਥੇ ਕਿੰਨੇ ਕ੍ਰਾਈਮ ਹੋ ਰਹੇ ਹੈ ਤੇ ਤੁਸੀਂ ਕੋਈ ਐਕਸ਼ਨ ਨਹੀਂ ਲੈ ਰਹੇ। ਇਹਦਾ ਮਤਲਬ ਹੈ ਕਿ ਤੁਹਾਡੀ ਜਾਂ ਤਾਂ ਚਮੜੀ ਬਹੁਤ ਥਿਕ ਹੋ ਚੁੱਕੀ ਹੈ, ਜਾਂ ਤੁਹਾਨੂੰ ਉਹਦੇ ਵਿੱਚ ਫਾਇਦਾ ਹੋ ਰਿਹਾ ਹੈ, ਜਾਂ ਤੁਸੀਂ ਨਾਲਾਇਕ ਹੋ। ਇਹ ਤਿੰਨਾਂ ਚੀਜ਼ਾਂ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੋ ਸਕਦੀ। ਜਦੋਂ ਇਹ ਸੱਤਾ ਦੇ ਵਿੱਚ ਮੁੱਖ ਮੰਤਰੀ ਜਾਂ ਮੰਤਰੀ ਨਹੀਂ ਸੀ ਹੁੰਦੇ, ਇਹ ਇਹਨਾਂ ਮਾਮਲਿਆਂ ਨੂੰ ਹੀ ਲੈ ਕੇ ਪਿਛਲੀਆਂ ਸਰਕਾਰਾਂ ਨੂੰ ਘੇਰਦੇ ਰਿਹਾ, ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਅਕਾਲੀ ਦਲ ਹੋਵੇ। ਪਰ ਹੁਣ ਆਪਦੇ ਸਰਕਾਰ ਦੇ ਵਿੱਚ, ਆਪਦੇ ਕਾਰਜਕਾਲ ਦੇ ਵਿੱਚ ਜਿਹੜਾ ਕੁਝ ਹੋ ਰਿਹਾ, ਕਿਵੇਂ ਦੇਖਦੇ ਹੋ ਇਸ ਹਾਲਾਤਾਂ? ਪਹਿਲਾਂ ਬਹੁਤ ਕੁਝ ਪਾਰਟੀਆਂ ਦਾ ਲੀਡਰ ਕਹਿੰਦੇ ਰਹਿੰਦੇ ਨੇ, ਪਰ ਇਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਥੋੜੀ ਉਮੀਦ ਜ਼ਰੂਰ ਸੀਗੀ ਕਿ ਅਕਾਲੀਆਂ ਨੂੰ ਲੋਕਾਂ ਨੇ ਰਿਜੈਕਟ ਕਰਤਾ। ਉਹਨਾਂ ਦੇ ਉੱਪਰ ਐਲੀਗੇਸ਼ਨ ਲੱਗੇ ਕਾਫੀ ਤਰ੍ਹਾਂ ਦੇ, ਮਾਈਨਿੰਗ ਦੇ ਵੀ ਲੱਗੇ, ਡਰੱਗ ਦੇ ਵੀ ਲੱਗੇ, ਕਰਪਸ਼ਨ ਦੇ ਵੀ ਲੱਗੇ। ਉਸ ਤੋਂ ਬਾਅਦ ਕਾਂਗਰਸ ਆਈ ਇਸੇ ਇਸ਼ੂ ਦੇ ਉੱਪਰ, ਅਸੀਂ ਲੱਕ ਤੋੜ ਦਿਆਂਗੇ ਜੀ। ਲੱਕ ਇਹਨਾਂ ਦਾ ਟੁੱਟਿਆ ਨਹੀਂ, ਇਹਨਾਂ ਦਾ ਲੱਕ ਟੁੱਟ ਗਿਆ, ਉਹ ਵੀ ਚਲੇ ਗਏ ਕਾਂਗਰਸੀ। ਹੁਣ ਇਹ ਆ ਗਏ, ਕ੍ਰਾਈਮ ਤਾਂ ਹੁਣ ਵੀ ਉਹੀ ਹੋ ਰਿਹਾ, ਡਰੱਗ ਹੁਣ ਵੀ ਚੱਲ ਰਹੀ ਹੈ, ਇਲੀਗਲ ਮਾਈਨਿੰਗ ਹੁਣ ਵੀ ਹੋ ਰਹੀ ਹੈ। ਸੋ ਆਲ ਕ੍ਰਾਈਮਸ ਆਰ ਦੇਅਰ। ਜੇ ਹਾਈ ਕੋਰਟ ਦੇ ਮੁਤਾਬਿਕ ਇਹ ਜਾਂਚ ਜਿਹੜੀ ਹੈ CBI ਨੂੰ ਚਲੇ ਜਾਂਦੀ ਹੈ, ਤਾਂ ਫਿਰ ਉਹਦੇ ਵਿੱਚ ਜਿੱਥੇ ਇਹ ਪੰਜਾਬ ਦੇ ਅਫਸਰ ਜਾਂ ਪੰਜਾਬ ਪੁਲਿਸ ਕਟਹਿਰੇ 'ਚ ਖੜੀ ਹੋ ਜੂ, ਜਿੱਥੇ ਮੰਤਰੀ ਜਾਂ ਸਰਕਾਰ ਦੇ ਕੁਝ ਨੁਮਾਇੰਦੇ ਕਟਹਿਰੇ ਦੇ ਵਿੱਚ ਖੜੇ ਹੋ ਜਾਣਗੇ, ਉੱਥੇ ਤੁਹਾਨੂੰ ਲੱਗਦਾ ਕਿ ਈਡੀ ਦੇ ਅਫਸਰ ਵੀ ਜਿਹੜੇ ਘੇਰੇ 'ਚ ਆ ਸਕਦੇ ਆਪਦੀ ਨਲਾਇਕੀ ਦੇ ਕਰਕੇ? ਨਹੀਂ, ਦੇਖੋ ਜੀ, ਜਿਸ ਦੀ ਕੁਤਾਈ ਹੈ ਜਾਂ ਜਿਹਦੀ ਇਨਵੋਲਵਮੈਂਟ ਹੈ, ਉਹ ਚਾਹੇ ਈਡੀ ਦਾ ਹੋਵੇ, ਚਾਹੇ ਪੁਲਿਸ ਦਾ ਹੋਵੇ, ਚਾਹੇ ਮਾਈਨਿੰਗ ਡਿਪਾਰਟਮੈਂਟ ਦਾ ਹੋਵੇ, ਚਾਹੇ ਰੈਵਨਿਊ ਡਿਪਾਰਟਮੈਂਟ ਦਾ ਹੋਵੇ, ਚਾਹੇ ਪੋਲੀਟੀਕਲ ਜਿਹੜੇ ਬੌਸਿਸ ਹੋਣ, ਚਾਹੇ ਮੰਤਰੀ ਸੀ ਜਾਂ ਕੋਈ ਵੀ ਸੀਗੇ ਪੋਲੀਟੀਕਲ ਜਿਹਦੇ ਮਾਈਨਿੰਗ ਜਿਹਦੇ ਅੰਡਰ ਆਉਂਦੀ ਸੀ, ਸਾਰਿਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ, ਐਕਸ਼ਨ ਹੋਣਾ ਚਾਹੀਦਾ, ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ, ਜ਼ਰੂਰ ਹੋਣਾ ਚਾਹੀਦਾ ਜੇ ਇਨਵੋਲਵਮੈਂਟ ਉਹਨਾਂ ਦੀ ਹੈ। ਤੇ ਜੇ ਬਿਨਾਂ ਉਹਨਾਂ ਦੇ ਨੌਲੇਜ ਤੋਂ ਹੋ ਰਿਹਾ ਸਭ ਕੁਝ, ਤੇ ਫਿਰ ਵੀ ਐਕਸ਼ਨ ਰਿਕੁਆਇਰਡ ਹੈ ਕਿਉਂਕਿ ਤੁਸੀਂ ਕੰਪੀਟੈਂਟ ਨਹੀਂ ਹੈਗੇ।
ਜੇ ਕੋਈ ਐਸਾ ਅਫਸਰ ਹੈ ਜਿਹੜਾ ਐਕਸ਼ਨ ਲੈ ਸਕਦਾ ਹੈ ਤੇ ਫਿਰ ਸਰਕਾਰ ਦੇ ਜਿਹੜੇ ਬੰਦੇ ਸ਼ਾਮਿਲ ਹੈ ਉਹਨਾਂ ਦੇ ਖਿਲਾਫ ਵੀ ਲੈ ਸਕਦਾ ਹੈ, ਕਿਉਂਕਿ ਪਾਵਰ। ਤੁਹਾਡੀ ਨਜ਼ਰ 'ਚ ਕੋਈ ਹੈ ਇਹ ਜਿਹਾ ਅਫਸਰ? ਜ਼ਮੀਨ ਜ਼ਬਤ ਹੋ ਜਾਂਦੀ ਹੈ ਤਾਂ ਜਦੋਂ ਤੁਸੀਂ ਇਹ ਜ਼ਮੀਨ ਜ਼ਬਤ ਕਰਦੇ ਹੋ, ਈਡੀ ਜ਼ਬਤ ਕਰਦੀ ਹੈ ਜਾਂ ਕੋਈ ਏਜੰਸੀ ਜ਼ਬਤ ਕਰਦੀ ਹੈ ਸੈਂਟਰ ਦੀ, ਉਸ ਤੋਂ ਬਾਅਦ 'ਚੋਂ ਇਹ ਜ਼ਮੀਨ ਕੇਂਦਰ ਸਰਕਾਰ ਨੂੰ ਚਲੇ ਜਾਂਦੀ ਹੈ, ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਜਾਂ ਪੰਜਾਬ ਸਰਕਾਰ ਨੂੰ ਚਲੇ ਜਾਂਦੀ ਹੈ, ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਜਾਂ ਈਡੀ ਸਿਰਫ ਪੰਜਾਬ ਪੁਲਿਸ ਦੇ ਸਿਰ ਤੇ ਹੀ ਹੁੰਦੀ ਹੈ ਕਿ ਇਹ ਆਪੇ ਹੀ ਦੇਖਣਗੇ ਜਿਹੜੀ ਜ਼ਬਤ ਕੀਤੀ ਜ਼ਮੀਨ ਹੈ, ਜਾਂ ਈਡੀ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਬਾਅਦ ਦੇ ਵਿੱਚ ਉਸ ਜ਼ਮੀਨ ਦੀ ਦੇਖਭਾਲ ਜਾਂ ਦੇਖਣਾ? ਇਹਨਾਂ ਦੀ ਸਰਕਾਰ ਦਾ ਲਾਅ ਐਂਡ ਆਰਡਰ ਫੇਲ ਹੋ ਰਿਹਾ ਜਦੋਂ ਕੁੰਵਰ ਵਿਜੇ ਪ੍ਰਤਾਪ ਵਰਗਾ ਅਫਸਰ ਇਹਨਾਂ ਦੇ ਕੋਲ ਇੱਕ ਤਜਰਬੇਕਾਰ, ਇੱਕ ਇਮਾਨਦਾਰ, ਧਾਕੜ ਅਫਸਰ ਵੀ ਹੋਵੇ, ਪਰ ਉਹਦੇ ਹੁੰਦਿਆਂ ਵੀ ਇਹਨਾਂ ਤੋਂ ਲਾਅ ਐਂਡ ਆਰਡਰ ਨਾ ਸਾਂਭਿਆ ਜਾਵੇ ਔਰ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਤਰੀਕੇ ਨਾਲ ਅੱਖੋਂ ਪਰੋਖੇ ਕੀਤਾ। ਤੁਸੀਂ ਕਿਵੇਂ ਦੇਖਦੇ ਹੋ? ਕੁੰਵਰ ਵਿਜੇ ਪ੍ਰਤਾਪ ਇੱਕ ਕੰਪੀਟੈਂਟ ਅਫਸਰ ਨੇ। ਜਗਦੀਸ਼ ਭੋਲੇ ਦੀ ਈਡੀ ਦੇ ਵੱਲੋਂ ਜ਼ਬਤ ਕੀਤੀ ਗਈ ਜਿਹੜੀ ਜ਼ਮੀਨ ਸੀ ਉਹਦੇ ਉੱਪਰ ਹੋ ਰਹੀ ਨਜਾਇਜ਼ ਮਾਈਨਿੰਗ ਦਾ ਮਸਲਾ ਪੂਰੀ ਸਿਆਸਤ ਦੇ ਵਿੱਚ ਭਖਿਆ ਹੋਇਆ। ਮੇਰੇ ਨਾਲ ਸਰਦਾਰ ਨਰਿੰਦਰ ਸਿੰਘ ਨੇ, ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨੇ। ਇਹਨਾਂ ਦੇ ਵੱਲੋਂ ਹੀ ਇਹ ਜ਼ਮੀਨ ਜਿਹੜੀ ਆ ਉਹ ਜ਼ਬਤ ਕੀਤੀ ਗਈ ਸੀ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਬਹੁਤ ਵੱਡੇ ਖੁਲਾਸੇ ਵੀ ਹੋਣਗੇ ਔਰ ਇਹ ਮਸਲਾ ਇੰਨਾ ਕੁ ਭਖਿਆ ਹੋਇਆ, ਇਸ ਮਸਲੇ ਤੋਂ ਬਾਅਦ ਜਿਹੜੇ ਇੱਕ ਮੰਤਰੀ ਦੀ ਛੁੱਟੀ ਵੀ ਹੋ ਚੁੱਕੀ ਆ। ਅੱਜ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਹੈ। ਹਾਈ ਕੋਰਟ ਨੇ ਵੀ ਕਹਿੰਦੇ ਇਹ ਗੱਲਾਂ ਜਿਹੜੀਆਂ ਕਹਿ ਦਿੱਤੀਆਂ ਨੇ ਕਿ ਇਹਦੇ ਮਸਲੇ ਦੇ ਵਿੱਚ ਇਸ ਈਡੀ ਵਾਲੀ ਜਿਹੜੀ ਜ਼ਬਤ ਕੀਤੀ ਜ਼ਮੀਨ ਦੇ ਉੱਪਰ, ਜਗਦੀਸ਼ ਭੋਲੇ ਦੀ ਜ਼ਮੀਨ ਦੇ ਉੱਪਰ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਉਹਦੇ ਵਿੱਚ ਜਿਹੜੇ ਵੀ ਲੋਕ ਇਨਵੋਲਵ ਹੈਗੇ ਆ ਉਹਨਾਂ ਦੇ ਉੱਪਰ ਕਾਰਵਾਈ ਕਰੋ, ਨਹੀਂ ਇਹ ਕੇਸ ਜਿਹੜਾ ਸੀ CBI ਨੂੰ ਦੇਵਾਂਗੇ। ਇਸ ਪੂਰੇ ਮਸਲੇ ਦੇ ਵਿੱਚ ਸਰਦਾਰ ਨਰਿੰਦਰ ਸਿੰਘ ਹੋਣੀ ਹੋਰ ਵੀ ਕੁਝ ਵੱਡੇ ਖੁਲਾਸੇ ਕਰਨਗੇ ਔਰ ਮੇਰੇ ਨਾਲ ਜੁੜੇ ਹੋਏ ਆ ਔਰ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ। ਸਰ, ਸਵਾਗਤ ਹੈ ਜੀ। ਸਰ, ਕਿਵੇਂ ਦੇਖਦੇ ਹੋ ਕਿ ਤੁਸੀਂ ਬੜੀ ਮਿਹਨਤ ਕਰਕੇ ਇਹ ਜ਼ਮੀਨ ਜਿਹੜੀ ਹੈ ਜ਼ਬਤ ਕੀਤੀ ਸੀ? ਬਹੁਤ ਵੱਡਾ ਇਹ ਸਕੈਮ ਸੀ, ਪੂਰਾ ਪੰਜਾਬ ਜਿਹੜਾ ਇਸ ਕੇਸ ਵੱਲ ਦੇਖ ਰਿਹਾ ਸੀ, ਤੁਹਾਡੇ ਵੱਲ ਦੇਖ ਰਿਹਾ ਸੀ, ਬੜੀ ਮਿਹਨਤ ਕੀਤੀ, ਇਹ ਜ਼ਮੀਨ ਵੀ ਜ਼ਬਤ ਕੀਤੀ। ਪਰ ਹੁਣ ਕੀ ਸੋਚ ਰਹੇ ਹੋ ਕਿ ਤੁਹਾਡੀ ਕੀਤੀ ਜਿਹੜੀ ਜ਼ਬਤ ਕੀਤੀ ਜ਼ਮੀਨ ਹੈ ਉਹਦੇ ਉੱਪਰ ਇਸ ਤਰੀਕੇ ਨਾਲ ਨਜਾਇਜ਼ ਮਾਈਨਿੰਗ ਹੋ ਰਹੀ ਹੈ? ਮਾਈਨਿੰਗ, ਇਲੀਗਲ ਮਾਈਨਿੰਗ ਨੂੰ ਰੋਕਣਾ ਪੰਜਾਬ ਗੌਰਮੈਂਟ ਦਾ ਕੰਮ ਹੈ ਤੇ ਖਾਸ ਤੌਰ ਤੇ ਉਸ ਜ਼ਮੀਨ ਦੇ ਉੱਪਰ ਜਿਹੜੀ ਈਡੀ ਨੇ ਅਟੈਚ ਕੀਤੀ ਹੈ ਉਹਦੀ ਇਨਫੋਰਮੇਸ਼ਨ ਪੰਜਾਬ ਗੌਰਮੈਂਟ ਕੋਲ ਹੈਗੀ ਹੈ। ਈਡੀ ਨੇ ਉਸੇ ਟਾਈਮ ਅਟੈਚਮੈਂਟ ਤੋਂ ਬਾਅਦ 2015 ਚ ਕੰਸਰਨਡ ਜਿਹੜੇ ਵੀ ਅਫਸਰ ਹੈ ਉਹਨਾਂ ਨੂੰ ਰਾਈਟਿੰਗ ਦੇ ਵਿੱਚ ਆਰਡਰ ਦੀ ਕਾਪੀ ਭੇਜੀ। ਉਸ ਤੋਂ ਬਾਅਦ ਪੰਜਾਬ ਦੇ ਰੈਵਨਿਊ ਡਿਪਾਰਟਮੈਂਟ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਜਿਹੜੀ ਅਟੈਚਡ ਪ੍ਰੋਪਰਟੀ ਹੈ ਉਹਦੇ ਉੱਪਰ ਕੋਈ ਟੈਂਪਰਿੰਗ ਨਾ ਹੋਵੇ, ਉਹਦੀ ਦੇਖਭਾਲ ਹੋਣੀ ਚਾਹੀਦੀ ਹੈ। ਸੈਕੰਡ ਇਹ ਹੈ ਕਿ ਕਿਉਂਕਿ ਅਟੈਚ ਈਡੀ ਨੇ ਕੀਤੀ ਹੈ, ਈਡੀ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀ ਪ੍ਰੋਪਰਟੀ ਅਸੀਂ ਅਟੈਚ ਕੀਤੀ ਹੈ ਕਿਸੇ ਕੇਸ ਦੇ ਵਿੱਚ, ਉਸ ਪ੍ਰੋਪਰਟੀ ਦਾ ਕੋਈ ਮਿਸਯੂਜ਼ ਨਾ ਹੋਵੇ, ਟਰਾਂਸਫਰ ਨਾ ਹੋਵੇ, ਟੈਂਪਰਿੰਗ ਨਾ ਹੋਵੇ। ਇਹ ਈਡੀ ਦੀ ਵੀ ਜ਼ਿੰਮੇਵਾਰੀ ਬਣਦੀ ਦੋਵਾਂ ਦੀ ਜ਼ਿੰਮੇਵਾਰੀ ਜਿਹੜੀ ਬਣਦੀ ਸੀ। ਤਾਂ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਸੀ ਪਤਾ, ਜਦੋਂ ਜ਼ਮੀਨ ਜ਼ਬਤ ਹੋ ਜਾਂਦੀ ਹੈ ਤਾਂ ਜਦੋਂ ਤੁਸੀਂ ਇਹ ਜ਼ਮੀਨ ਜ਼ਬਤ ਕਰਦੇ, ਈਡੀ ਜ਼ਬਤ ਕਰਦੀ ਹੈ ਜਾਂ ਕੋਈ ਏਜੰਸੀ ਜ਼ਬਤ ਕਰਦੀ ਹੈ ਸੈਂਟਰ ਦੀ, ਉਸ ਤੋਂ ਬਾਅਦ 'ਚੋਂ ਇਹ ਜ਼ਮੀਨ ਕੇਂਦਰ ਸਰਕਾਰ ਨੂੰ ਚਲੇ ਜਾਂਦੀ ਹੈ, ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਜਾਂ ਪੰਜਾਬ ਸਰਕਾਰ ਨੂੰ ਚਲੀ ਜਾਂਦੀ ਹੈ, ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਜਾਂ ਈਡੀ ਸਿਰਫ ਪੰਜਾਬ ਪੁਲਿਸ ਦੇ ਸਿਰ ਤੇ ਹੀ ਹੁੰਦੀ ਹੈ ਕਿ ਇਹ ਆਪੇ ਹੀ ਦੇਖਣਗੇ ਜਿਹੜੀ ਜ਼ਬਤ ਕੀਤੀ ਜ਼ਮੀਨ ਹੈ, ਜਾਂ ਈਡੀ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਬਾਅਦ ਦੇ ਵਿੱਚ ਉਸ ਜ਼ਮੀਨ ਦੀ ਦੇਖਭਾਲ ਜਾਂ ਦੇਖਣਾ? ਨਹੀਂ, ਈਡੀ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਬੇਸਿਕਲੀ, ਬਿਕਾਜ਼ ਪ੍ਰੋਪਰਟੀ ਈਡੀ ਦੀ ਹੈ। ਪ੍ਰੋਪਰਟੀ ਮੈਂ ਅਟੈਚ ਕਰਾਈ ਸੀ ਮਾਰਚ 2015 ਚ। ਆਰਡਰ ਸੀ ਮੇਰੇ ਖਿਆਲ 31 ਮਾਰਚ 2015 ਦਾ ਆਰਡਰ ਹੈ। ਸੋ ਉਹਦੀ ਪੈਰਵੀ ਕਰਨਾ, ਉਹਦੀ ਦੇਖਭਾਲ ਕਰਨਾ, ਉਹਨੂੰ ਕੋਈ ਟਰਾਂਸਫਰ ਨਾ ਕਰੇ, ਉਹਨੂੰ ਕੋਈ ਮਿਸਯੂਜ਼ ਨਾ ਕਰੇ, ਉੱਥੇ ਬੋਰਡ ਲਾਣੇ ਕਿ ਪ੍ਰੋਪਰਟੀ ਈਡੀ ਦੀ ਹੈ, ਅਟੈਚਡ ਹੁੰਦਾ ਹੈ। ਜਾਂ ਈਡੀ ਦੀ ਕੋਈ ਡਿਊਟੀ ਕੋਈ ਇਹੋ ਜਿਹਾ ਵੱਖਰਾ ਯੂਨਿਟ ਹੁੰਦਾ? ਯੈਸ ਈਡੀ ਦੇ ਵਿੱਚ ਇੱਕ ਯੂਨਿਟ ਹੁੰਦਾ ਹੈ, ਉਹ ਮੈਨੇਜਮੈਂਟ ਸੈੱਲ ਉਹਨੂੰ ਕਹਿੰਦੇ ਨੇ, ਪ੍ਰੋਪਰਟੀ ਮੈਨੇਜਮੈਂਟ ਸੈੱਲ। ਅੱਛਾ। ਉਹਦੇ ਵਿੱਚ 4-5 ਅਫਸਰ ਪੋਸਟਡ ਹੁੰਦੇ ਨੇ। ਅੱਛਾ। ਸੋ ਇਟ ਇਜ਼ देयर ਡਿਊਟੀ ਟੂ ਇਨਸ਼ੋਰ, ਮਤਲਬ ਜਿੱਥੇ ਸਰਕਾਰ ਤੇ ਪੰਜਾਬ ਸਰਕਾਰ ਤੇ ਸਵਾਲ ਉੱਠ ਰਹੇ ਆ ਵੀ ਕਿਤੇ ਨਾ ਕਿਤੇ ਖਾਮੀ ਈਡੀ ਦੀ ਵੀ ਹੈ। ਨਹੀਂ, ਈਡੀ ਦੀ ਖਾਮੀ ਤਾਂ ਬੇਸਿਕਲੀ ਇਹੀ ਹੈ ਕਿ ਜੇ ਤੁਹਾਡੀ ਪ੍ਰੋਪਰਟੀ ਹੈ ਤੇ ਕੋਈ ਚੋਰ ਲੈ ਕੇ ਜਾ ਰਿਹਾ ਤੇ ਤੁਸੀਂ ਰੋਕ ਨਹੀਂ ਰਹੇ, ਸੋ ਯੂ ਸ਼ੁਡ ਨੋ ਇਟ। ਤੁਹਾਡੀ ਪ੍ਰੋਪਰਟੀ ਕੋਈ ਚੱਕ ਕੇ ਲੈ ਕੇ ਜਾ ਰਿਹਾ ਹੈ, ਟੈਂਪਰਿੰਗ ਹੋ ਰਹੀ ਹੈ, ਮਿਸਯੂਜ਼ ਹੋ ਰਹੀ ਹੈ, ਮਾਈਨਿੰਗ ਹੋ ਰਹੀ ਹੈ ਲੀਗਲ ਉੱਥੇ, ਤੇ ਇਹ ਈਡੀ ਦੀ ਜ਼ਿੰਮੇਵਾਰੀ ਹੈ
ਤੇ ਈਡੀ ਦੇ ਨੋਟਿਸ ਦੇ ਵਿੱਚ ਜੇ ਇਹ ਆਉਂਦਾ ਸੀ ਜਾਂ ਆਇਆ ਹੈ ਤੇ ਉਸੇ ਟਾਈਮ ਈਡੀ ਨੂੰ ਚਾਹੀਦਾ ਸੀ ਪੁਲਿਸ ਕੇਸ ਕਰਦੀ ਈਡੀ ਜਾਂ ਆਪਣੇ ਲੈਵਲ ਦੇ ਉੱਪਰ ਕਰਦੇ। ਤੁਸੀਂ ਦੱਸ ਵੀ ਰਹੇ ਸੀ ਕਿ ਤੁਸੀਂ ਇਹ ਜ਼ਮੀਨ ਜਿਹੜੀ ਜ਼ਬਤ ਕੀਤੀ ਔਰ ਇਸੇ ਕਰਕੇ ਕਿਸੇ ਬੰਦੇ ਨੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਅੱਜ ਤੋਂ 2-2.5 ਮਹੀਨੇ ਪਹਿਲਾਂ ਕਿ ਇਹ ਜ਼ਮੀਨ ਦੇ ਉੱਪਰ ਜਿਹੜੇ ਆ ਉਹ ਨਜਾਇਜ਼ ਮਾਈਨਿੰਗ ਜਿਹੜੀ ਆ ਹੋ ਰਹੀ ਹੈ, ਤੇ ਬਾਅਦ ਦੇ ਵਿੱਚ ਕੀ ਕੁਝ ਹੋਇਆ ਇਹਦੇ ਵਿੱਚ? ਇਹ ਤਕਰੀਬਨ ਸੈਪਟੈਂਬਰ 'ਚ ਕੋਈ 20-22 ਤਰੀਕ ਨੂੰ ਮੇਰੇ ਕੋਲ ਮੇਰੇ ਘਰ ਦੇ ਐਡਰੈਸ ਦੇ ਉੱਪਰ ਕੋਈ ਲੈਟਰ ਆਇਆ ਤੇ ਮੈਂ ਰਿਟਾਇਰ ਹੋ ਗਿਆ ਹੁਣ 3 ਸਾਲ ਪਹਿਲਾਂ, ਬਟ ਸਟਿਲ ਦੈਨ ਪੀਪਲ ਸੈਂਡ ਲੈਟਰਸ, ਆਫੀਸ਼ੀਅਲ ਲੈਟਰਸ ਜਿਹੜੀ ਮੇਰੇ ਕੋਲ ਆਉਂਦਾ ਮੈਂ ਈਡੀ ਨੂੰ ਭੇਜ ਦਿੰਦਾ। ਸੋ ਇੱਕ ਲੈਟਰ ਮੇਰੇ ਘਰ ਆਇਆ ਤੇ ਮੇਰੇ ਐਡਰੈਸ ਦੇ ਉੱਪਰ ਉਹਦੇ ਵਿੱਚ ਇਹੀ ਸੀ ਲਿਖਿਆ ਕਿ ਜਿਹੜੀ ਭੋਲੇ ਦੀ ਜਿਹੜੀ ਅਟੈਚਡ ਪ੍ਰੋਪਰਟੀ ਹੈ, ਲੈਂਡ ਹੈ, ਉੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ, ਸੈਂਡ ਮਾਈਨਿੰਗ ਹੋ ਰਹੀ ਹੈ। ਅੱਛਾ। ਉਸ ਤੋਂ ਇਲਾਵਾ ਕਾਫੀ ਹੋਰ ਵੀ ਉਸ ਲੈਟਰ ਦੇ ਵਿੱਚ ਆਈ ਰਿਮੈਂਬਰ ਖੁਲਾਸੇ ਸੀਗੇ, ਲਾਈਕ ਕਿ ਜਿਹੜੇ ਬੰਦੇ ਉਹ ਕਰ ਰਹੇ ਹੈ ਸੈਂਡ ਮਾਈਨਿੰਗ, ਉਹ ਹਵਾਲੇ ਦਾ ਕੰਮ ਵੀ ਕਰ ਰਹੇ ਤੇ ਬੇਨਾਮੀ ਪ੍ਰੋਪਰਟੀ ਪਰਚੇਜ਼ ਕਰ ਰਹੇ, ਇਸ ਤਰ੍ਹਾਂ ਦੇ ਖੁਲਾਸੇ ਸੀਗੇ। ਇਸ ਤੋਂ ਇਲਾਵਾ ਇਹ ਵੀ ਮੈਨੂੰ ਯਾਦ ਹੈ ਕਿ ਉਹਦੇ ਵਿੱਚ ਲਿਖਿਆ ਸੀ ਲੈਟਰ 'ਚ ਕਿ ਜਿਹੜੇ ਬੰਦੇ ਕਰ ਰਹੇ ਉਹਦੇ ਖਿਲਾਫ ਕੁਝ FIR ਵੀ ਲੌਜਡ ਹੈ ਪਹਿਲਾਂ 5-6 ਪਹਿਲਾਂ FIR ਲੌਜਡ ਹੈ। ਸੋ ਉਹ ਕ੍ਰਿਮੀਨਲ ਟਾਈਪ ਬੰਦੇ ਸੀਗੇ, ਪਰ ਦੇ ਮਾਈਟ ਬੀ ਡੂਇੰਗ ਔਨ ਬਿਹਾਫ ਆਫ ਮੇਨ ਅਕਿਊਜ਼ਡ ਭੋਲੇ ਦੇ ਬਿਹਾਫ 'ਤੇ ਕਰ ਸਕਦੇ ਆ, ਜਾਂ ਪੰਜਾਬ ਗੌਰਮੈਂਟ ਦੀ ਜਿਹੜੇ ਅਫਸਰ ਕੰਸਰਨਡ ਨੇ ਉਹਨਾਂ ਦੀ ਹੋ ਸਕਦਾ ਮਿਲੀ ਭੁਗਤ ਹੋ ਸਕਦੀ ਹੈ, ਅਦਰਵਾਈਜ਼ ਨਹੀਂ ਹੋ ਸਕਦਾ। ਤੁਸੀਂ ਫਿਰ ਉਹ ਲੈਟਰ ਅੱਗੇ ਈਡੀ ਨੂੰ ਉਹ ਜਿਹੜਾ ਲੈਟਰ ਮੇਰੇ ਕੋਲ ਆਇਆ ਸੀ ਉਹ ਮੈਨੂੰ ਯਾਦ ਹੈ 25/9/2023 ਨੂੰ ਉਹ ਮੈਂ ਰਜਿਸਟਰੀ ਕਰਾਤੀ ਈਡੀ ਜਲੰਧਰ ਨੂੰ, ਤੇ ਉਹ ਪਹੁੰਚ ਵੀ ਗਿਆ, ਮੈਂ ਪਤਾ ਵੀ ਕੀਤਾ ਤੇ ਕੰਸਰਨਡ ਅਫਸਰ ਨਾਲ ਮੈਂ ਗੱਲ ਵੀ ਕੀਤੀ। ਹੀ ਸੈਡ ਕਿ ਜੀ ਸਾਡੇ ਕੋਲ ਲੈਟਰ ਆਇਆ ਸੀ, ਵੀ ਆਰ ਲੁਕਿੰਗ ਇਨਟੂ ਇਟ। ਸੋ ਦੇ ਮੇ ਬੀ ਲੁਕਿੰਗ ਇਨਟੂ ਇਟ। 2 ਮਹੀਨੇ ਬੀਤਣ ਤੋਂ ਬਾਅਦ ਵੀ ਈਡੀ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ, ਯਾਨੀ ਕਿ ਈਡੀ ਨੂੰ ਜਾਣਕਾਰੀ ਸੀ ਕਿ ਜਿਹੜੀ ਸਾਡੇ ਵੱਲੋਂ ਇਹ ਜ਼ਬਤ ਕੀਤੀ ਜ਼ਮੀਨ ਆ ਉੱਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਪਰ ਈਡੀ ਨੇ ਕੋਈ ਕਾਰਵਾਈ ਨਹੀਂ ਕੀਤੀ। ਉਹ ਈਡੀ ਵਾਲੇ ਕਹਿ ਸਕਦੇ ਆ, ਬਿਕਾਜ਼ ਮੈਂ ਹੁਣ ਈਡੀ ਵੱਲੋਂ ਤਾਂ ਨਹੀਂ ਬੋਲ ਸਕਦਾ। ਹਾਂ, ਨਹੀਂ ਜਾਨੀ ਤੁਸੀਂ ਆਪਦੀ ਜ਼ਿੰਮੇਵਾਰੀ ਬਖੂਬੀ ਨਿਭਾ ਦਿੱਤੀ। ਕਿਸੇ ਨੇ ਦੇਖਿਆ ਕਿ ਇਹ ਸਰਦਾਰ ਨਰਿੰਦਰ ਸਿੰਘ ਉਹਨਾਂ ਨੇ ਯਾਰ ਕੇਸ ਦੇਖ ਰਹੇ ਸੀ ਕਿ ਮੈਂ ਇਹਨਾਂ ਨੂੰ ਜਾਣਕਾਰੀ ਦੇਵਾਂ, ਉਹਨਾਂ ਨੇ ਤੁਹਾਨੂੰ ਦੇ ਦਿੱਤੀ, ਤੁਸੀਂ ਰਿਟਾਇਰ ਹੋ ਗਏ, ਤੁਹਾਡਾ ਬਣਦਾ ਵੀ ਨਹੀਂ ਸੀ, ਤੁਸੀਂ ਅੱਗੇ ਜਿਹੜਾ ਉਹ ਈਡੀ ਨੂੰ ਦੇ ਦਿੱਤਾ, ਤਾਂ ਫਿਰ ਈਡੀ ਨੇ ਕਾਰਵਾਈ ਕਰਨੀ ਸੀ ਕਿ ਸਾਡੀ ਜ਼ਮੀਨ ਦੇ ਉੱਪਰ ਛੇੜਖਾਨੀ ਕੀਤੀ ਜਾ ਰਹੀ ਹੈ। ਈਡੀ ਨੂੰ ਇਮੀਡੀਏਟ ਐਕਸ਼ਨ ਚਾਹੀਦਾ ਸੀ ਈਡੀ ਦਾ, ਤਾਂ ਕਿ ਚਾਹੇ ਜੇ ਕੋਈ ਕਾਰਵਾਈ ਹੈ ਤਾਂ ਉਹਨੂੰ ਸਟਾਪ ਕਰਾਉਂਦੇ, ਤੇ ਜੇ ਕੋਈ ਟਰਾਂਸਫਰ ਹੋਈ ਹੈ ਜਾਂ ਕੋਈ ਟੈਂਪਰਿੰਗ ਹੋ ਰਹੀ ਹੈ, ਇਸ ਤਰ੍ਹਾਂ ਦੀ ਕੋਈ ਗੱਲ ਹੈ ਤਾਂ ਫਿਰ ਪੁਲਿਸ ਕੇਸ ਕਰਾਉਂਦੇ, FIR ਕਰਾਉਂਦੀ ਈਡੀ ਕਿ ਸਾਡੀ ਪ੍ਰੋਪਰਟੀ ਦੇ ਉੱਪਰ ਸੈਂਡ ਮਾਈਨਿੰਗ ਇਲੀਗਲ ਹੋ ਰਹੀ ਹੈ, ਤੇ ਜਿਹੜੇ ਬੰਦੇ ਉਹਨਾਂ ਦੇ ਖਿਲਾਫ ਕਰਾ ਕੇ ਤੇ ਅਰੈਸਟ ਕਰਾਉਂਦੇ। ਇਹ ਈਡੀ ਦੀ ਗੱਲ ਹੈ ਵੀ ਈਡੀ ਨੂੰ ਜੇ ਪਤਾ ਸੀ ਤੇ ਫਿਰ ਈਡੀ ਨੇ ਕਾਰਵਾਈ ਜਿਹੜੀ ਆ ਉਹ ਕਿਉਂ ਨਹੀਂ ਕਰਾਈ। ਉਸ ਤੋਂ ਬਾਅਦ ਸਰ 17/10 ਨੂੰ ਪਰਚਾ ਹੁੰਦਾ ਹੈ ਇਸ ਈਡੀ ਵਾਲੀ ਜ਼ਮੀਨ ਦੇ ਉੱਪਰ ਜਿਹੜੀ ਹੋ ਰਹੀ ਹੈ ਮਾਈਨਿੰਗ। ਇਸ ਤੋਂ ਬਾਅਦ 17/10 ਨੂੰ ਪਰਚਾ ਹੋ ਜਾਂਦਾ ਹੈ, ਔਰ ਉਹ ਜਿਹੜਾ ਪਰਚਾ ਵੀ ਹੈ ਉਹ ਵੀ ਮਾਈਨਿੰਗ ਵਿਭਾਗ ਵੱਲੋਂ ਜਿਹੜਾ ਉਹ ਹੋ ਰਿਹਾ ਹੈ, ਉਹ ਵੀ ਈਡੀ ਵੱਲੋਂ ਨਹੀਂ ਹੋਇਆ। ਔਰ ਜਿਹੜਾ ਉਹ ਪਰਚਾ ਹੋਇਆ ਔਰ ਜਿਹੜੀ ਕੰਪਨੀ ਤੇ ਪਰਚਾ ਹੋਇਆ ਉਹ ਵੀ ਨਾਮਲੂਮ ਦੱਸਦੀ, ਉਹਦਾ ਮਾਲਕ ਵੀ ਨਾਮਲੂਮ ਹੈ, ਔਰ ਜਿਹੜੀ ਇਹ ਈਡੀ ਵਾਲੀ ਜ਼ਬਤ ਕੀਤੀ ਜ਼ਮੀਨ ਆ ਭੋਲੇ ਵਾਲੀ ਉਹ ਵੀ ਕਹਿਤਾ ਕਿ ਉਹਦਾ ਵੀ ਵਿਅਕਤੀ ਜਿਹੜਾ ਮਾਲਕ ਹੈ ਉਹ ਵੀ ਨਾਮਲੂਮ ਹੈ। ਨਾ ਈਡੀ ਬਾਰੇ ਜ਼ਿਕਰ ਕੀਤਾ ਗਿਆ ਉਸ FIR ਦੇ ਵਿੱਚ, ਤੇ ਨਾ ਹੀ ਜਿਹੜਾ ਭੋਲੇ ਬਾਰੇ ਜ਼ਿਕਰ ਕੀਤਾ ਗਿਆ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਕਿ ਇਹ ਜਾਣਬੁੱਝ ਕੇ ਜੇ ਛੁਪਾਇਆ ਗਿਆ ਤਾਂ ਕਿਉਂ ਛੁਪਾਇਆ ਹੋ ਸਕਦਾ? ਦੇਖੋ, ਮੈਂ ਆਪਣੇ 35 ਸਾਲ ਦੇ ਐਕਸਪੀਰੀਅੰਸ ਦੇ ਉੱਪਰ ਕਹਿ ਸਕਦਾ, ਈਡੀ ਦੇ ਵਿੱਚ ਨੌਕਰੀ ਮੇਰੀ 35 ਸਾਲ ਦੀ, ਕਿ ਵਿਦਆਊਟ ਦੀ ਕਨਾਈਵੈਂਸ ਮਿਲੀ ਭੁਗਤ ਕੰਸਰਨਡ ਅਥਾਰਟੀ ਦੇ ਬਿਨਾਂ ਇਹ ਮਾਈਨਿੰਗ ਨਹੀਂ ਹੋ ਸਕਦੀ ਸੀ, ਚਾਹੇ ਉਹ ਰੈਵਨਿਊ ਡਿਪਾਰਟਮੈਂਟ ਹੋਏ, ਚਾਹੇ ਡਿਸਟ੍ਰਿਕਟ ਮਾਈਨਿੰਗ ਅਥਾਰਟੀ ਹੋਣ, ਜਾਂ ਫਿਰ ਕੋਈ ਪੁਲਿਸ ਦਾ ਅਥਾਰਟੀ ਹੋਏ। ਇਹਨਾਂ ਤਿੰਨਾਂ ਦੀ ਵਿਦਆਊਟ ਮਿਲੀ ਭੁਗਤ ਉੱਥੇ ਇਲੀਗਲ ਸੈਂਡ ਮਾਈਨਿੰਗ ਨਹੀਂ ਹੋ ਸਕਦੀ। ਜਾਂ ਇੱਕ ਦੀ ਹੋਏਗੀ ਮਿਲੀ ਭੁਗਤ, ਜਾਂ 2 ਦੀ ਹੋਏਗੀ, ਜਾਂ 3 ਦੀ ਹੋਏਗੀ। ਜੇ ਇਹਨਾਂ ਦੀ ਮਿਲੀ ਭੁਗਤ ਨਹੀਂ ਹੈਗੀ, ਸਰਕਾਰ ਨੂੰ ਵੀ ਫਿਰ ਪਤਾ ਸੀ, ਸਰਕਾਰ ਨੂੰ ਇਹ ਨਹੀਂ ਹੋ ਸਕਦਾ ਪਤਾ ਨਾ ਹੋਵੇ, ਤਾਂ ਬਿਲਕੁਲ ਮਿਲੀ ਭੁਗਤ ਤਾਂ ਫਿਰ ਹੈਗੀ ਹੋਏਗੀ। ਨਹੀਂ, ਮਿਲੀ ਭੁਗਤ ਬਿਨਾਂ ਨਹੀਂ ਹੋ ਸਕਦਾ। ਇਹ ਨਹੀਂ ਹੋ ਸਕਦਾ ਕਿ ਪਤਾ ਨਾ ਹੋਵੇ, ਕਿ ਪਤਾ ਉੱਥੇ ਟਰੱਕ ਜਾ ਰਹੇ ਹੈ, ਉੱਥੇ ਟਿੱਪਰ ਜਾ ਰਹੇ ਹੈ, ਉੱਥੇ ਬੰਦੇ ਜਾ ਰਹੇ, ਉੱਥੇ ਮਸ਼ੀਨਰੀ ਜਾ ਰਹੀ ਹੈ, ਸ਼ੋਰ ਹੁੰਦਾ ਹੈ, ਸਾਰੇ ਦੇਖਦੇ ਨੇ ਉੱਥੇ। ਇਟਸ ਨਾਟ ਪੋਸੀਬਲ। ਇਹ ਪੱਲਾ ਨਹੀਂ ਝਾੜ ਸਕਦਾ ਕੋਈ ਅਥਾਰਟੀ ਕਿ ਸਾਨੂੰ ਪਤਾ ਨਹੀਂ ਸੀ। ਇਟ ਇਜ਼ ਯੋਰ ਡਿਊਟੀ, ਇਟ ਇਜ਼ ਯੋਰ ਡਿਊਟੀ। ਜਿਹੜੇ ਬੰਦੇ ਦੀ ਜ਼ਿੰਮੇਵਾਰੀ ਹੈ, ਚਾਹੇ ਰੈਵਨਿਊ ਦੀ ਜ਼ਿੰਮੇਵਾਰੀ ਹੈ, ਚਾਹੇ ਮਾਈਨਿੰਗ ਵਾਲੀ ਜ਼ਿੰਮੇਵਾਰੀ, ਚਾਹੇ ਪੁਲਿਸ ਵਾਲੀ ਜ਼ਿੰਮੇਵਾਰੀ ਹੈ, ਦੋਜ਼ ਪਰਸਨ ਜਿਹੜੇ ਵੀ ਸ਼ਾਮਿਲ ਹੈ,
ਐਕਸ਼ਨ ਸ਼ੁੱਡ ਬੀ ਟੇਕਨ ਅਗੇਂਸਟ them। ਇਹ ਕੀ ਲੱਗਦਾ ਹੈ ਕਿ ਇਹ ਜਿਹੜੀ ਖਬਰ ਨਸ਼ਰ ਹੁੰਦੀ ਹੈ, ਮਾਮਲਾ ਜਿਹੜਾ ਸਾਹਮਣੇ ਆ ਜਾਂਦਾ ਹੈ, ਔਰ ਅੱਛਾ ਸਭ ਤੋਂ ਇੰਟਰਸਟਿੰਗ ਗੱਲ ਸਰ ਇਹ ਹੈ ਕਿ 17/10 ਨੂੰ ਮਾਈਨਿੰਗ ਹੋ ਜਾਂਦੀ ਹੈ। ਇਹ ਤਾਂ ਇੰਟਰਸਟਿੰਗ ਹੈਗਾ ਹੀ ਹੈ ਕਿ ਜਿਹੜੀ ਕੰਪਨੀ ਕਰ ਰਹੀ ਸੀ ਉਹਦਾ ਵੀ ਵਿਅਕਤੀ ਦੇ ਮਾਲਕ ਦਾ ਨਾਮ ਨਹੀਂ ਦੱਸਿਆ ਗਿਆ, ਜ਼ਮੀਨ ਦੇ ਮਾਲਕ ਦਾ ਵੀ ਨਾਮ ਨਹੀਂ ਦੱਸਿਆ ਗਿਆ, ਈਡੀ ਬਾਰੇ ਜ਼ਿਕਰ ਵੀ ਨਹੀਂ ਕੀਤਾ ਗਿਆ। ਇੰਟਰਸਟਿੰਗ ਗੱਲ ਇਹ ਹੈ ਕਿ ਪਰਚਾ ਦਰਜ ਹੋਣ ਤੋਂ ਬਾਅਦ ਵੀ ਉੱਥੇ ਮਾਈਨਿੰਗ ਨਹੀਂ ਰੁਕੀ। ਉਹ ਇਸ ਲਈ ਨਹੀਂ ਰੁਕੀ ਬਿਕਾਜ਼ ਜਿਨ੍ਹਾਂ ਨੇ ਰੋਕਣੀ ਸੀ ਸ਼ਾਇਦ ਜਾਂ ਉਹਨਾਂ ਦੀ ਅਣਗਹਿਲੀ ਹੈ ਜਾਂ ਉਹਨਾਂ ਦੀ ਮਿਲੀਭੁਗਤ ਹੈ। ਜੇ ਮਿਲੀਭੁਗਤ ਨਾ ਹੁੰਦੀ ਤੇ ਮਾਈਨਿੰਗ ਰੁਕ ਜਾਂਦੀ ਉੱਥੇ, ਬਿਲਕੁਲ ਰੁਕ ਜਾਂਦੀ। ਨਹੀਂ ਰੁਕੀ ਦਾ ਮਤਲਬ ਹੈ ਕਿ ਮਿਲੀਭੁਗਤ ਹੈ। ਪਰਚਾ ਦਰਜ ਹੋਣ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਹੈ। ਸੇਮ ਡੇ ਇਨਕੁਆਇਰੀ ਹੋਣੀ ਚਾਹੀਦੀ ਸੀ। ਇਨਕੁਆਇਰੀ ਤੋਂ ਬਾਅਦ ਜਿਹੜੇ ਬੰਦੇ ਨੋਮੀਨੇਟ ਕਰਨੇ ਚਾਹੀਦੇ, ਜਿਹੜੇ ਇਨਵੋਲਡ ਹੈ ਨੋਮੀਨੇਟ ਕਰਨੇ ਚਾਹੀਦੇ ਸੀ ਤਾਂ ਅਰੈਸਟ ਹੋਣੇ ਚਾਹੀਦੇ ਸੀ। ਹੁਣ ਹਾਈ ਕੋਰਟ ਨੇ ਜਿਹੜਾ ਕੁਝ ਕਿਹਾ ਹੈਗਾ ਕਿ ਅਰੈਸਟ ਕਰੋ ਇਹਨਾਂ ਬੰਦਿਆਂ ਨੂੰ, ਸੋ ਇਹ ਤਾਂ ਅਥਾਰਟੀ ਦਾ ਜ਼ਿੰਮੇਵਾਰੀ ਹੈ। ਤੁਸੀਂ ਅਫਸਰ ਰਹੇ ਹੋ, ਬਹੁਤ ਵੱਡੀਆਂ ਇਨਕੁਆਇਰੀਆਂ ਤੁਸੀਂ ਕੀਤੀਆਂ ਨੇ, ਤੁਹਾਨੂੰ ਆਦਤ ਹੈ ਤੱਥਾਂ ਤੇ ਗੱਲ ਕਰਨ ਦੀ, ਪਰ ਜਿਸ ਤਰੀਕੇ ਦੇ ਨਾਲ ਇਸ ਗੱਲਬਾਤ ਤੋਂ ਤੱਥ ਨਿਕਲ ਕੇ ਸਾਹਮਣੇ ਆਉਂਦੇ ਆ, ਜਿਵੇਂ ਤੁਸੀਂ ਦੱਸਿਆ ਕਿ ਮੈਂ ਈਡੀ ਨੂੰ ਜਾਣਕਾਰੀ ਦੇ ਦਿੱਤੀ, ਤੁਹਾਡਾ ਜਿਹੜਾ ਲੈਟਰ ਹੈ ਕਿ ਨਜਾਇਜ਼ ਮਾਈਨਿੰਗ ਉੱਥੇ ਹੋ ਰਹੀ ਹੈ, ਜਿਹੜੀ ਆਪਣੇ ਵੱਲੋਂ ਜ਼ਮੀਨ ਜ਼ਬਤ ਕੀਤੀ ਗਈ, ਫਿਰ ਜਿਹੜੇ ਉੱਥੇ FIR ਹੁੰਦੀ ਹੈ ਉਸ ਦੇ ਵਿੱਚ ਕਿਸੇ ਵਿਅਕਤੀ ਦਾ ਨਾਮ ਨਾ ਆਉਣਾ, ਫਿਰ FIR ਹੋਣ ਤੋਂ ਬਾਅਦ ਵੀ ਜਿਹੜੀ ਉੱਥੇ ਨਜਾਇਜ਼ ਮਾਈਨਿੰਗ ਜਾਰੀ ਰਹਿਣਾ, ਇਹ ਤੱਥ ਕੀ ਸ਼ੱਕ ਪੈਦਾ ਕਰਦੇ ਆ? ਨਹੀਂ ਦੇਖੋ, ਸ਼ੱਕ ਤਾਂ ਪੈਦਾ ਕਰਦੇ ਨੇ। ਹੁਣ ਦੋ ਚੀਜ਼ਾਂ ਇਹਦੇ ਵਿੱਚ, ਇੱਕ ਤਾਂ ਹੋ ਸਕਦੀ ਹੈ ਕਿ ਇਹਨਾਂ ਦੀ ਮਿਲੀਭੁਗਤ ਹੋਵੇ ਇਹਨਾਂ ਸਾਰੇ ਲੋਕਾਂ ਦੀ ਜਿਹੜੇ ਜ਼ਿੰਮੇਵਾਰ ਨੇ। ਦੂਸਰੀ ਹੈ ਕਿ ਉਹ ਨਲਾਇਕ ਨੇ, ਤੇ ਮੈਨੂੰ ਲੱਗਦਾ ਨਹੀਂ ਸਾਰੇ ਨਲਾਇਕ ਹੋਣਗੇ। ਅਫਸਰ ਨੇ ਉਹ ਨਲਾਇਕ ਨਹੀਂ ਹੋ ਸਕਦੇ, ਇੱਕ ਹੋ ਸਕਦਾ, ਦੋ ਹੋ ਸਕਦੇ, ਸਾਰੇ ਅਫਸਰ ਨਲਾਇਕ ਨਹੀਂ ਹੋਣਗੇ। ਇਹਦਾ ਮਤਲਬ ਹੈ ਕਿਸੇ ਨਾ ਕਿਸੇ ਲੈਵਲ ਦੇ ਉੱਪਰ ਇਨਵੋਲਵਮੈਂਟ ਹੈ, ਮਿਲੀਭੁਗਤ ਹੈ। ਅਦਰਵਾਈਜ਼ ਜਿਹੜੀ ਸਾਡੀ ਪ੍ਰੋਪਰਟੀ ਅਟੈਚਡ ਹੈ ਉਹਦੇ ਉੱਪਰ ਕੋਈ ਟੈਂਪਰਿੰਗ ਜਾਂ ਟਰਾਂਸਫਰਿੰਗ ਜਾਂ ਕੋਈ ਹੋਰ ਐਕਟੀਵਿਟੀ ਉੱਥੇ ਨਹੀਂ ਹੋ ਸਕਦੀ, ਵਿਦਆਊਟ ਆਵਰ ਪਰਮਿਸ਼ਨ ਨਹੀਂ ਹੋ ਸਕਦੀ। ਇੱਕ ਕੇਸ ਦੇ ਵਿੱਚ ਆਈ ਰਿਮੈਂਬਰ ਜਿਸ ਟਾਈਮ ਮੈਂ ਸਰਵਿਸ ਸੀਗਾ, ਇੱਕ ਕੇਸ ਦੇ ਵਿੱਚ, ਉਹ ਦੂਸਰਾ ਕੇਸ ਸੀ ਕੰਦੋਲਾ ਡਰੱਗ ਕੇਸ, ਉਹਦੇ ਵਿੱਚ ਮੇਰੀ ਇਨਫੋਰਮੇਸ਼ਨ 'ਚ ਇਹ ਲਿਆਂਦਾ ਗਿਆ ਕਿ ਜੀ ਜਿੱਥੇ ਤੁਸੀਂ ਪ੍ਰੋਪਰਟੀ ਅਟੈਚ ਕੀਤੀ ਹੈ ਰਾਜੇ ਕੰਦੋਲਾ ਦੀ, ਉੱਥੇ ਝੋਨੇ ਦੀ ਫਸਲ ਹੈ। ਅਸੀਂ ਕਿਹਾ ਤੁਸੀਂ ਆਹ ਝੋਨੇ ਦੀ ਫਸਲ ਹਲੇ ਤਾਂ ਕੱਚੀ ਹੈ, ਇਹਨੂੰ ਥੋੜ੍ਹੀ ਪਕਣ ਦਿਓ ਤੇ ਮੈਨੂੰ ਫਿਰ ਇੰਟੀਮੇਟ ਕਰਨਾ, ਫਿਰ ਆਪਾਂ ਐਕਸ਼ਨ ਲਵਾਂਗੇ। ਉਹ ਝੋਨੇ ਦੀ ਫਸਲ ਪੱਕ ਗਈ ਜੀ। ਈਡੀ ਨੇ ਉੱਥੇ ਜਾ ਕੇ ਹਾਰਵੈਸਟਿੰਗ ਕੀਤੀ, ਝੋਨੇ ਦੀ ਫਸਲ ਕੱਟੀ, ਉਹ ਵੇਚ ਕੇ ਅਸੀਂ ਭਾਰਤ ਸਰਕਾਰ ਦੇ ਖਾਤੇ 'ਚ ਪੈਸੇ ਪਾਏ। ਅੱਛਾ, ਤੇ ਮੈਂ ਇਹ ਵੀ ਲਿਖਿਆ ਸੀ ਕਿ ਕੰਸਰਨਡ ਜਿਹੜੇ ਬੰਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਲਓ। ਮੇਰੇ ਹਿਸਾਬ ਨਾਲ ਈਡੀ ਨੇ ਐਕਸ਼ਨ ਲਿਆ ਹੋਣਾ। ਯੈਸ, ਇਹ ਜੇ ਸਾਡੀ ਜ਼ਿੰਮੇਵਾਰੀ। ਹੁਣ ਇਹਦੇ ਵਿੱਚ ਕੀ ਲੱਗਦਾ ਕਿ ਇਸ ਪੂਰੇ ਕੇਸ ਤੋਂ ਬਾਅਦ ਮੰਤਰੀ ਦੀ ਛੁੱਟੀ ਹੋਈ ਹੈ, ਕੀ ਲੱਗਦਾ ਕਿ ਇਹਦੇ ਨਾਲ ਹੀ ਜੁੜੀ ਹੋਈ ਉਹ ਖਬਰ ਹੈ ਕਿ ਮੰਤਰੀ ਦੀ ਛੁੱਟੀ ਹੋਈ ਹੈ, ਜਾਂ ਫਿਰ ਜੇ ਇਸੇ ਦੇ ਵਿੱਚ ਹੀ ਛੁੱਟੀ ਹੋਈ ਹੈ ਕਿ ਸਿਰਫ ਛੁੱਟੀ ਕਰਕੇ ਸਰ ਜਾਣਾ ਚਾਹੀਦਾ, ਜਾਂ ਫਿਰ ਕੋਈ ਕਾਰਵਾਈ ਵੀ ਬਣਦੀ ਹੈ? ਜਿਵੇਂ ਅੱਜ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਹੈ, ਉਹ ਕਹਿੰਦੇ ਕਿ ਜੇ ਅਗਲੀ ਹੀਅਰਿੰਗ ਤੋਂ ਪਹਿਲਾਂ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਹੈ, ਜੇ ਤੁਸੀਂ ਨਾ ਉਹ ਫੜੇ ਤਾਂ ਫਿਰ ਇਹ ਮਾਮਲਾ ਅਸੀਂ CBI ਨੂੰ ਦੇ ਦਿਆਂਗੇ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ? ਔਰ ਨਹੀਂ, ਮੰਤਰੀ ਇਨਵੋਲਡ ਹੈ ਜਾਂ ਨਹੀਂ ਇਨਵੋਲਡ ਹੈ, ਪਰ ਜ਼ਿੰਮੇਵਾਰੀ ਮੰਤਰੀ ਦੀ ਜ਼ਰੂਰ ਹੈ। ਇਫ ਹੀ ਇਜ਼ ਨਾਟ ਇਨਵੋਲਡ, ਸਰਕਾਰ ਦੀ, ਮੁੱਖ ਮੰਤਰੀ ਦੀ ਜ਼ਿੰਮੇਵਾਰੀ, ਮੁੱਖ ਮੰਤਰੀ ਦੀ ਵੀ ਹੈ ਜ਼ਿੰਮੇਵਾਰੀ, ਸਰਕਾਰ ਐਜ ਹੋਲ ਦੀ ਹੈ ਜ਼ਿੰਮੇਵਾਰੀ, ਮੰਤਰੀ ਕੰਸਰਨਡ ਦੀ ਹੈ ਜ਼ਿੰਮੇਵਾਰੀ, ਜਿਹੜੇ ਵੀ ਕੰਸਰਨਡ ਉੱਥੇ SSP ਸੀਗੇ ਉਸ ਟਾਈਮ ਉਹਨਾਂ ਦੀ ਵੀ ਹੈ। ਬਿਕਾਜ਼ ਇਹ ਉੱਥੇ ਟਾਈਮ ਪਾਸ ਕਰਨ ਵਾਸਤੇ ਸਰਕਾਰ ਨੇ ਨਹੀਂ ਲਾਏ ਉੱਥੇ। ਇਹ ਹਲਕਾ ਵੀ ਉਸ ਬੰਦੇ ਦਾ, ਉਸ ਮੰਤਰੀ ਦਾ ਜਿਹੜਾ ਅੱਜ ਤੋਂ ਕੁਝ ਦੇ ਸਮਾਂ ਪਹਿਲਾਂ ਹੀ ਦਾਅਵਾ ਕਰ ਚੁੱਕਿਆ ਸੀ ਕਿ ਪ੍ਰੋਪਰ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਨਜਾਇਜ਼ ਮਾਈਨਿੰਗ ਖਤਮ ਹੋ ਗਈ। ਹਰਜੋਤ ਬੈਂਸ ਦਾ ਹਲਕਾ। ਨਜਾਇਜ਼ ਮਾਈਨਿੰਗ ਕਲੇਮ ਜਿਹੜੇ ਮਰਜ਼ੀ ਕਰਦੇ ਰਹਿਣ, ਇਹ ਸਰਕਾਰ ਵੀ ਜਿੰਨਾ ਮਰਜ਼ੀ ਕਲੇਮ ਕਰੇ, ਪਰ ਨਜਾਇਜ਼ ਮਾਈਨਿੰਗ ਹੋ ਰਹੀ ਹੈ ਹੁਣ ਵੀ। ਨਜਾਇਜ਼ ਮਾਈਨਿੰਗ ਦੇ ਜਿਹੜੇ ਕੇਸਿਸ ਹੈ ਹਾਈ ਕੋਰਟ ਦੇ ਵਿੱਚ ਜਾ ਰਹੇ ਨੇ। ਹਾਈ ਕੋਰਟ ਨੇ ਝਾੜਾਂ ਮਾਰੀਆਂ ਇਸ ਸਰਕਾਰ ਦੇ ਉੱਪਰ, ਪਰ ਫਿਰ ਵੀ ਇਹ ਕਲੇਮ ਕਰ ਰਹੇ ਕਿ ਨਜਾਇਜ਼ ਮਾਈਨਿੰਗ ਅਸੀਂ ਸਟਾਪ ਕੀਤੀ ਹੋਈ ਹੈ। ਪਰ ਆਹ ਜਿਹੜਾ ਇਨਸਟੈਂਸ ਹੈ ਜਿੱਥੇ ਪ੍ਰੋਪਰਟੀ ਅਟੈਚ ਪ੍ਰੋਪਰਟੀ ਦੇ ਉੱਪਰ ਮਾਈਨਿੰਗ ਹੋ ਰਹੀ ਹੈ, ਇਹ ਉਸ ਤੋਂ ਵੱਡਾ ਕ੍ਰਾਈਮ ਨਹੀਂ ਹੋ ਸਕਦਾ। ਨਹੀਂ ਹੋ ਸਕਦਾ ਬਿਲਕੁਲ। ਹੁਣ ਇਹਦੇ ਵਿੱਚ ਤੁਸੀਂ ਲੱਗਦਾ ਕਿ ਕਿਹਨੂੰ ਐਕਸ਼ਨ ਇਹਦੇ ਵਿੱਚ ਲੈਣਾ ਚਾਹੀਦਾ ਸੀ? ਹਾਲਾਂਕਿ ਹਾਈ ਕੋਰਟ ਤਾਂ ਆਪਣੇ ਤੌਰ ਤੇ ਇਹ ਗੱਲ ਕਹਿ ਚੁੱਕਿਆ ਕਿ ਭਾਈ ਅਸੀਂ ਇਹਦੀ CBI ਨੂੰ ਜਿਹੜੀ ਜਾਂਚ ਦੇ ਦੇਣੀ ਹੈ। ਹਾਲਾਂਕਿ ਉੱਥੋਂ ਤੱਕ ਤਾਂ ਗੱਲ ਚਲੀ ਗਈ ਹੈ, ਪਰ ਹੁਣ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਅੱਗੇ ਕੀ ਹੋਣਾ ਚਾਹੀਦਾ? ਦੇਖੋ ਜੀ, ਐਕਸ਼ਨ ਤਾਂ ਹੁਣ ਜਿਹੜੇ ਜ਼ਿੰਮੇਵਾਰ ਲੋਕ ਨੇ, ਚਾਹੇ ਈਡੀ ਦੇ ਵਿੱਚ ਨੇ, ਚਾਹੇ ਪੁਲਿਸ ਦੇ ਵਿੱਚ ਨੇ, ਚਾਹੇ ਡਿਸਟ੍ਰਿਕਟ ਮਾਈਨਿੰਗ ਅਥਾਰਟੀ ਦੇ ਵਿੱਚ ਨੇ ਜਾਂ ਰੈਵਨਿਊ ਦੇ ਵਿੱਚ ਨੇ, ਜਿੰਨੇ ਮੈਂ ਜ਼ਿੰਮੇਵਾਰ ਹੈ ਦੇ ਸ਼ੁੱਡ ਬੀ ਆਇਡੈਂਟੀਫਾਈਡ। ਅਤੇ ਜੇ ਉਹਨਾਂ ਦੀ ਇਨਵੋਲਵਮੈਂਟ ਮਿਲਦੀ ਹੈ, ਮਿਲੀ ਭੁਗਤ ਮਿਲਦੀ ਹੈ, ਤਾਂ ਉਸ ਤਰ੍ਹਾਂ ਦਾ ਐਕਸ਼ਨ ਹੋਣਾ ਚਾਹੀਦਾ। ਜੇ ਉਹਨਾਂ ਦੀ ਨਲਾਇਕੀ ਮਿਲਦੀ ਹੈ ਤਾਂ ਉਸ ਤਰ੍ਹਾਂ ਦਾ ਐਕਸ਼ਨ ਹੋਣਾ ਚਾਹੀਦਾ। ਪਰ ਓਵਰਆਲ ਜਿਹੜੀ ਜ਼ਿੰਮੇਵਾਰੀ ਕੰਸਰਨਡ ਜਿਹੜਾ ਮਿਨਿਸਟਰ ਉਸ ਟਾਈਮ ਦਾ ਸੀਗਾ,
ਉਹਦੀ ਜ਼ਿੰਮੇਵਾਰੀ ਹੈ ਕੰਸਰਨ ਜਿਹੜਾ ਮੰਤਰੀ ਹੈ, ਕਿਉਂਕਿ ਉੱਥੇ ਲੋਕਾਂ ਨੇ ਉਹਨੂੰ ਪਾਸ ਟਾਈਮ ਕਰਨ ਵਾਸਤੇ ਨਹੀਂ ਭੇਜਿਆ। ਜੇ ਉਹ ਨਾਲਾਇਕ ਹੈ, ਹੀ ਸ਼ੁਡ ਹੈਵ ਬੀਨ ਡਿਸਮਿਸਡ ਲੌਂਗ ਬੈਕ। ਜੇ ਉਹ ਲਾਇਕ ਹੈ ਤਾਂ ਫਿਰ ਇਹ ਕ੍ਰਾਈਮ ਉਹਦੇ ਅੰਡਰ ਕਿਉਂ ਹੋਇਆ? ਨੰਬਰ 1। ਨੰਬਰ 2, ਉੱਥੇ ਦੇ ਜਿਹੜੇ SSP ਸੀਗੇ, ਜਿਹੜੇ ਵੀ ਸੀ, ਕੌਣ ਸੀਗੇ, ਕਿੰਨੇ SSP ਉੱਥੇ ਰਹੇ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ। ਸਰ ਇਸ ਤੋਂ ਪਹਿਲਾਂ ਉਸ SSP ਨੂੰ ਹਾਈ ਕੋਰਟ ਸੱਦ ਵੀ ਚੁੱਕਿਆ ਸੀ ਕਿ ਤੁਸੀਂ ਨਜਾਇਜ਼ ਮਾਈਨਿੰਗ ਤੁਹਾਡੇ ਤੋਂ ਰੁਕ ਨਹੀਂ ਰਹੀ, ਉਹਨਾਂ ਨੂੰ ਸੰਮਣ ਵੀ ਹੋ ਚੁੱਕੇ ਸੀ, ਤੁਹਾਡੇ ਵੀ ਧਿਆਨ ਦੇ ਵਿੱਚ ਉਹ ਮਸਲੇ ਸਾਰਿਆਂ ਦੇ, ਫਿਰ ਵੀ ਇੰਨੇ ਵੱਡੇ ਪੱਧਰ ਤੇ ਇਹ ਕੁਝ ਹੋਣਾ, ਹਾਈ ਕੋਰਟ ਸੰਮਣ ਕਰ ਦੇਵੇ, ਅਫਸਰਾਂ ਦੀ ਇੰਨੀ ਬੇਇੱਜ਼ਤੀ ਹੋ ਜਾਵੇ, ਸਰਕਾਰ ਦੀ ਇੰਨੀ ਬੇਇੱਜ਼ਤੀ ਹੋ ਜਾਵੇ, FIR ਹੋ ਜਾਵੇ, ED ਨੂੰ ਪਤਾ ਲੱਗ ਜਾਵੇ, ਸਰਕਾਰ ਨੂੰ ਵੀ ਪਤਾ, ਫਿਰ ਵੀ ਇੰਨੇ ਵੱਡੇ ਪੱਧਰ ਤੇ ਇਹ ਕੁਝ ਹੋਣਾ ਮਤਲਬ ਕੀ ਸ਼ੋਅ ਕਰਦੀ ਹੈ? ਇਹ ਸ਼ੋਅ ਦੇਖੋ ਜੀ, ਹੁਣ ਸ਼ੋਅ 2-3 ਤਰ੍ਹਾਂ ਦੀ ਮੈਟਰ ਇਨਵੋਲਵਡ ਹੈ। ਇੱਕ ਤਾਂ ਇਹ ਹੈ ਕਿ ਇਹਨਾਂ ਲੋਕਾਂ ਦੀ ਲੈਥਾਰਜੀ ਹੋ ਸਕਦੀ ਹੈ, ਨਲਾਇਕੀ ਹੋ ਸਕਦੀ ਹੈ, ਸਾਰਿਆਂ ਦੀ ਜਿਹੜੇ ਵੀ ਕੰਸਰਨਡ ਹੈਗੇ ਨੇ ਜਿੱਥੇ ਵੀ ਨੇ। ਦੂਸਰੀ ਇਹ ਹੈ ਕਿ ਇਹਨਾਂ ਦੀ ਦੇ ਮੇ ਬੀ ਗੈਟਿੰਗ ਸਮ ਕੱਟ, ਇਹਨਾਂ ਨੂੰ ਕੋਈ ਫਾਇਦਾ ਹੁੰਦਾ ਹੋਊਗਾ ਇਹਦੇ ਵਿੱਚ, ਤੇ ਇਹਨਾਂ ਦੀ ਸਮੂਲੀਅਤ ਹੈ। ਤੇ ਤੀਸਰੀ ਇਹ ਹੈ ਕਿ ਇਹਨਾਂ ਦੀ ਹੋ ਸਕਦਾ ਚਮੜੀ ਬੜੀ ਮੋਟੀ ਹੋਵੇ ਕਿ ਕੋਈ ਫਰਕ ਨਹੀਂ ਪੈਂਦਾ। ਇਨਫੇਮਸ ਨੋਟੋਰੀਅਸ ਕੇਸ, ਇਹਨਾਂ ਚਰਚਿਤ ਕੇਸ ਪੋਲਾ ਡਰੱਗ ਕੇਸ ਹੋਵੇ, ਉਹਦੀ ਪ੍ਰੋਪਰਟੀ ਅਟੈਚ ਕੀਤੀ ਹੋਵੇ ਮੇਨ ਬੰਦੇ ਦੀ, ਉਹਦੇ ਉੱਪਰ ਮਾਈਨਿੰਗ ਹੋ ਰਹੀ ਹੋਈ ਲੀਗਲ, ਤੇ ਫਿਰ ਇਹ ਸਾਰਿਆਂ ਵਾਸਤੇ ਬੇਇੱਜ਼ਤੀ ਦੀ ਗੱਲ ਹੈ। ਜਿਹੜੇ ਵੀ ਕੰਸਰਨਡ ਨੇ, ਚਾਹੇ ਆਹ ਸਰਕਾਰ ਕਹਿੰਦੀ ਹੈ ਵੀ ਸਰਕਾਰ ਦੀ ਡਿਊਟੀ ਸੀ ਇਹ, ਕਿਉਂਕਿ ਤੁਹਾਡੇ ਕੋਲ ਅਸੀਂ ਸਾਰੇ ਰਿਕਾਰਡ ਭੇਜਿਆ, ਤੁਹਾਡੇ ਕੋਲ ਅਸੀਂ ਅਟੈਚਮੈਂਟ ਆਰਡਰ ਭੇਜਿਆ, ਤੁਹਾਨੂੰ ਇਸ ਗੱਲ ਦਾ ਪਤਾ ਹੈ। ਉਸ ਤੋਂ ਇਲਾਵਾ ਵੀ ਜਿਹੜੀ ਇਲੀਗਲ ਮਾਈਨਿੰਗ ਹੋ ਰਹੀ ਹੈ ਉਹਨੂੰ ਰੋਕਣ ਦਾ ਕੰਮ ਸਟੇਟ ਗਵਰਨਮੈਂਟ ਦਾ ਹੈ। ਇਟ ਇਜ਼ ਯੋਰ ਪ੍ਰੋਬਲਮ, ਇਟ ਇਜ਼ ਯੋਰ ਡਿਊਟੀ। ਜੇ ਤੁਸੀਂ ਨਹੀਂ ਕਰ ਸਕਦੇ ਤਾਂ ਯੂ ਡੋਂਟ ਹੈਵ ਐਨੀ ਰਾਈਟ ਟੂ ਬੀ ਦੇਅਰ। ਇੱਕ ਮੰਤਰੀ ਜਾਂ ਕਿਸੇ ਹੋਰ ਨੂੰ ਡਿਸਮਿਸ ਕਰਕੇ ਕੋਈ ਫਾਇਦਾ ਨਹੀਂ, ਸੈਕ ਕਰਕੇ ਉਹਦਾ ਡਿਪਾਰਟਮੈਂਟ ਟ੍ਰਾਂਸਫਰ ਕਰਕੇ ਉਹਦਾ ਕੋਈ ਫਾਇਦਾ ਨਹੀਂ ਹੋਣਾ। You have to stop it. Whosoever is the chief minister, he has to call his people and ensure, order them that no such crime will happen in future. But ਇਸ ਕੇਸ ਦੇ ਵਿੱਚ ਐਸਾ ਨਹੀਂ ਹੋ ਰਿਹਾ। ਇਹਦਾ ਮਤਲਬ ਇਹਦਾ ਮਤਲਬ ਇਹ ਨਿਕਲਦਾ ਹੈ ਕਿ people are not taking seriously. ਹਾਈ ਕੋਰਟ ਨੂੰ ਸੀਰੀਅਸਲੀ ਨਹੀਂ ਲੈ ਰਹੇ, ਕਾਨੂੰਨ ਨੂੰ ਸੀਰੀਅਸਲੀ ਨਹੀਂ ਲੈ ਰਹੇ, ਤੁਸੀਂ ਲੋਕਾਂ ਨੂੰ ਸੀਰੀਅਸਲੀ ਨਹੀਂ ਲੈ ਰਹੇ। ਉੱਥੇ ਜ਼ਮੀਨ ਦਾ ਮਿਸਯੂਜ਼ ਹੋ ਰਿਹਾ ਹੈ, ਉੱਥੇ ਲੋਕਾਂ ਨੂੰ ਪਰੇਸ਼ਾਨੀਆਂ ਵੀ ਹੋ ਰਹੀਆਂ ਹੋਣੀਆਂ ਕਿਉਂਕਿ ਸੈਂਕੜਾ ਟਰੱਕ ਉੱਥੇ ਜਾ ਰਹੇ ਹੈ, ਹਾਂਜੀ। ਉੱਥੇ ਹੋਰ ਵੀ ਪੋਲਿਊਸ਼ਨ ਦਾ ਇਸ਼ੂ ਹੋਣਾ, ਉੱਥੇ এনवायरमेंट ਦਾ ਇਸ਼ੂ ਵੀ ਹੋਣਾ, ਉੱਥੇ ਕਿੰਨੇ ਕ੍ਰਾਈਮ ਹੋ ਰਹੇ ਹੈ, ਤੇ ਤੁਸੀਂ ਕੋਈ ਐਕਸ਼ਨ ਨਹੀਂ ਲੈ ਰਹੇ। ਇਹਦਾ ਮਤਲਬ ਹੈ ਕਿ ਤੁਹਾਡੀ ਜਾਂ ਤਾਂ ਚਮੜੀ ਬਹੁਤ ਥਿੱਕ ਹੋ ਚੁੱਕੀ ਹੈ, ਜਾਂ ਤੁਹਾਨੂੰ ਉਹਦੇ ਵਿੱਚ ਫਾਇਦਾ ਹੋ ਰਿਹਾ, ਜਾਂ ਤੁਸੀਂ ਨਾਲਾਇਕ ਹੋ। ਇਹ ਤਿੰਨਾਂ ਚੀਜ਼ਾਂ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੋ ਸਕਦੀ। ਸਰ ਤੁਸੀਂ ਬੜਾ ਤਰੀਕੇ ਨਾਲ ਵਾਚ ਵੀ ਕਰਦੇ ਰਹੇ ਹੋ ਸਾਰੀਆਂ ਚੀਜ਼ਾਂ ਨੂੰ। ਜਦੋਂ ਇਹ ਸੱਤਾ ਦੇ ਵਿੱਚ ਮੁੱਖ ਮੰਤਰੀ ਜਾਂ ਮੰਤਰੀ ਨਹੀਂ ਸੀ ਹੁੰਦੇ, ਇਹ ਇਹਨਾਂ ਮਾਮਲਿਆਂ ਨੂੰ ਹੀ ਲੈ ਕੇ ਪਿਛਲੀਆਂ ਸਰਕਾਰਾਂ ਨੂੰ ਘੇਰਦੇ ਰਿਹਾ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ। ਪਰ ਹੁਣ ਆਪਦੇ ਸਰਕਾਰ ਦੇ ਵਿੱਚ, ਆਪਦੇ ਕਾਰਜਕਾਲ ਦੇ ਵਿੱਚ ਜਿਹੜਾ ਕੁਝ ਹੋ ਰਿਹਾ, ਕਿਵੇਂ ਦੇਖਦੇ ਹੋ ਇਸ ਹਾਲਾਤਾਂ ਨੂੰ? ਦੇਖੋ ਜੀ, ਇਲੈਕਸ਼ਨ ਤੋਂ ਪਹਿਲਾਂ ਬਹੁਤ ਕੁਛ ਪਾਰਟੀਆਂ ਦਾ ਲੀਡਰ ਕਹਿੰਦੇ ਰਹਿੰਦੇ ਨੇ, ਪਰ ਇਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਥੋੜ੍ਹੀ ਉਮੀਦ ਜ਼ਰੂਰ ਸੀਗੀ ਕਿ ਅਕਾਲੀਆਂ ਨੂੰ ਲੋਕਾਂ ਨੇ ਰਿਜੈਕਟ ਕਰਤਾ। ਉਹਨਾਂ ਦੇ ਉੱਪਰ ਐਲੀਗੇਸ਼ਨ ਲੱਗੇ ਕਾਫੀ ਤਰ੍ਹਾਂ ਦੇ, ਮਾਈਨਿੰਗ ਦੇ ਵੀ ਲੱਗੇ, ਡਰੱਗ ਦੇ ਵੀ ਲੱਗੇ, ਕਰਪਸ਼ਨ ਦੇ ਵੀ ਲੱਗੇ। ਉਸ ਤੋਂ ਬਾਅਦ ਕਾਂਗਰਸ ਆਈ ਇਸੇ ਇਸ਼ੂ ਦੇ ਉੱਪਰ, ਅਸੀਂ ਲੱਕ ਤੋੜ ਦਿਆਂਗੇ ਜੀ। ਲੱਕ ਇਹਨਾਂ ਦਾ ਟੁੱਟਿਆ ਨਹੀਂ, ਇਹਨਾਂ ਦਾ ਲੱਕ ਟੁੱਟ ਗਿਆ, ਉਹ ਵੀ ਚਲੇ ਗਏ ਕਾਂਗਰਸੀ। ਹੁਣ ਇਹ ਆ ਗਏ, ਕ੍ਰਾਈਮ ਤਾਂ ਹੁਣ ਵੀ ਉਹੀ ਹੋ ਰਹੇ, ਡਰੱਗ ਹੁਣ ਵੀ ਚੱਲ ਰਹੀ ਹੈ, ਇਲੀਗਲ ਮਾਈਨਿੰਗ ਹੁਣ ਵੀ ਹੋ ਰਹੀ ਹੈ। ਸੋ ਆਲ ਕ੍ਰਾਈਮਸ ਆਰ ਦੇਅਰ। ਸੋ ਇਹ ਇਹਨਾਂ ਨੂੰ ਜਿਹੜੇ ਵੀ ਇਸ ਸਰਕਾਰ ਦੇ ਜਿਹੜੇ ਇੰਚਾਰਜ ਹੈਗੇ ਨੇ, ਉਹਨਾਂ ਨੂੰ ਸੋਚਣਾ ਚਾਹੀਦਾ ਹੈ, ਬਿਕਾਜ਼ ਲੋਕਾਂ ਨੂੰ ਤੁਸੀਂ ਇਸ ਤਰ੍ਹਾਂ ਨਿਰਾਸ਼ ਨਾ ਕਰੋ, ਬਿਕਾਜ਼ ਲੋਕਾਂ ਦੀ ਹੋਪਸ ਹੈਗੀਆਂ ਤੁਹਾਡੇ ਤੋਂ। ਮੈਂ ਇੱਕ ਹੋਰ ਬੜਾ ਅਹਿਮ ਸਵਾਲ ਹੈ, ਜੇ ਹਾਈ ਕੋਰਟ ਦੇ ਮੁਤਾਬਿਕ ਇਹ ਜਾਂਚ ਜਿਹੜੀ ਹੈ CBI ਨੂੰ ਚਲੇ ਜਾਂਦੀ ਹੈ, ਤਾਂ ਫਿਰ ਉਹਦੇ ਵਿੱਚ ਜਿੱਥੇ ਇਹ ਪੰਜਾਬ ਦੇ ਅਫਸਰ ਜਾਂ ਪੰਜਾਬ ਪੁਲਿਸ ਕਟਹਿਰੇ 'ਚ ਖੜੀ ਹੋ ਜੂ, ਜਿੱਥੇ ਮੰਤਰੀ ਜਾਂ ਸਰਕਾਰ ਦੇ ਕੁਝ ਨੁਮਾਇੰਦੇ ਕਟਹਿਰੇ ਦੇ ਵਿੱਚ ਖੜੇ ਹੋ ਜਾਣਗੇ, ਉੱਥੇ ਤੁਹਾਨੂੰ ਲੱਗਦਾ ਕਿ ED ਦੇ ਅਫਸਰ ਵੀ ਜਿਹੜੇ ਆ ਘੇਰੇ 'ਚ ਆ ਸਕਦੇ ਆਪਦੀ ਨਲਾਇਕੀ ਦੇ ਕਰਕੇ? ਨਹੀਂ, ਦੇਖੋ ਜੀ, ਜਿਸ ਦੀ ਕੁਤਾਈ ਹੈ ਜਾਂ ਜਿਹਦੀ ਇਨਵੋਲਵਮੈਂਟ ਹੈ, ਉਹ ਚਾਹੇ ED ਦਾ ਹੋਵੇ, ਚਾਹੇ ਪੁਲਿਸ ਦਾ ਹੋਵੇ, ਚਾਹੇ ਮਾਈਨਿੰਗ ਡਿਪਾਰਟਮੈਂਟ ਦਾ ਹੋਵੇ, ਚਾਹੇ ਰੈਵਨਿਊ ਡਿਪਾਰਟਮੈਂਟ ਦਾ ਹੋਵੇ, ਚਾਹੇ ਪੋਲੀਟੀਕਲ ਜਿਹੜੇ ਬੋਸਿਸ ਹੋਣ, ਚਾਹੇ ਮੰਤਰੀ ਸੀ ਜਾਂ ਕੋਈ ਵੀ ਸੀਗੇ ਪੋਲੀਟੀਕਲ ਜਿਹਦੇ ਮਾਈਨਿੰਗ ਜਿਹਦੇ ਅੰਡਰ ਆਉਂਦੀ ਸੀ, ਸਾਰਿਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ, ਐਕਸ਼ਨ ਹੋਣਾ ਚਾਹੀਦਾ।
ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ, ਜ਼ਰੂਰ ਹੋਣਾ ਚਾਹੀਦਾ ਜੇ ਇਨਵੋਲਵਮੈਂਟ ਉਹਨਾਂ ਦੀ ਹੈ। ਤੇ ਜੇ ਬਿਨਾਂ ਉਹਨਾਂ ਦੇ ਨੌਲੇਜ ਤੋਂ ਹੋ ਰਿਹਾ ਸਭ ਕੁਝ ਤੇ ਫਿਰ ਵੀ ਐਕਸ਼ਨ ਰਿਕੁਆਇਰਡ ਹੈ, ਕਿਉਂਕਿ ਤੁਸੀਂ ਕੰਪੀਟੈਂਟ ਨਹੀਂ ਹੈਗੇ ਫਿਰ। ਯੈਸ, ਬਿਲਕੁਲ। ਹੁਣ ਕੀ ਲੱਗਦਾ ਕਿ ਜੇ ਅਗਲੀ ਜਿਹੜੀ ਹੋਣੀ ਹੈ, ਜਿਵੇਂ ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਇਹ ਸਾਰੇ ਬੰਦੇ ਫੜ ਕੇ ਅੰਦਰ ਦੇ ਦਿਓ, ਹੁਣ ਸਰਕਾਰ ਦੇ ਅੰਦਰ ਜਿਹੜੀ ਇਹ ਪੁਲਿਸ ਹੈਗੀ ਹੈ ਨਾ, ਪੁਲਿਸ ਨੇ ਕਾਰਵਾਈ ਕਰਨੀ ਹੈ, ਕੀ ਲੱਗਦਾ ਕਿ ਪੁਲਿਸ ਜਿਹੜੀ ਹੈ ਇਹਦੇ ਵਿੱਚ ਸਾਰੇ ਮੁਜਰਮਾਂ ਨੂੰ ਅੰਦਰ ਕਰ ਸਕਦੀ ਹੈ, ਜਾਂ ਫਿਰ ਇਹਦੇ ਵਿੱਚ CBI ਇਨਕੁਆਇਰੀ ਹੀ ਸਾਰਾ ਕੁਝ ਕਰ ਸਕਦੀ ਹੈ? ਨਹੀਂ ਦੇਖੋ ਜੀ, ਕਰਨ ਨੂੰ ਤਾਂ ਪੁਲਿਸ ਵੀ ਕਰ ਸਕਦੀ ਹੈ, ਬਿਕਾਜ਼ ਉਹੀ ਪਾਵਰ ਇਹਨਾਂ ਕੋਲ ਹੈ। ਜਿਸ ਤਰੀਕੇ ਨਾਲ ਸਰਕਾਰ ਦੀ ਮਿਲੀ ਭੁਗਤ ਲੱਗ ਰਹੀ ਹੈ, ਪਰ ਉਸ ਤਰੀਕੇ ਨਾਲ ਲੱਗਦਾ ਨਹੀਂ ਕਿ ਪੁਲਿਸ ਕੁਝ ਕਰ ਸਕੇਗੀ। ਨਹੀਂ, ਐਸੀ ਗੱਲ ਨਹੀਂ। ਜੇ ਕੋਈ ਐਸਾ ਅਫਸਰ ਹੈ ਜਿਹੜਾ ਐਕਸ਼ਨ ਲੈ ਸਕਦਾ ਹੈ, ਤੇ ਫਿਰ ਸਰਕਾਰ ਦੇ ਜਿਹੜੇ ਬੰਦੇ ਸ਼ਾਮਿਲ ਹੈ ਉਹਨਾਂ ਦੇ ਖਿਲਾਫ ਵੀ ਲੈ ਸਕਦਾ ਹੈ, ਕਿਉਂਕਿ ਪਾਵਰ ਤੁਹਾਡੀ ਨਜ਼ਰ 'ਚ ਕੋਈ ਹੈ ਇਹ ਜਿਹਾ ਅਫਸਰ? ਨਹੀਂ, ਮੈਂ ਇਹ ਨਹੀਂ ਕਹਿ ਸਕਦਾ ਕੌਣ ਹੈ, ਪਰ ਪਾਵਰ ਤਾਂ ਹੈ, ਕਾਨੂੰਨ ਨੇ ਪਾਵਰ ਦਿੱਤੀ ਹੈ, ਪੰਜਾਬ ਪੁਲਿਸ ਨੂੰ ਨਾ ਲੋਕ ਇਹਦਾ ਤੁਹਾਨੂੰ ਲੱਗਦਾ ਕੋਈ ਇੰਨੀ ਤਾਕਤ ਰੱਖਣ ਵਾਲੇ ਅਫਸਰ ਹੈਗੇ ਹਾਲੇ ਵੀ? ਨਹੀਂ ਦੇਖੋ ਜੀ, ਮੈਂ ਤਾਂ ਆਪਣੀ ਗੱਲ ਕਰਦਾ, ਹੈਡ ਆਈ ਬੀਨ ਦੇਅਰ, ਤੇ ਮੈਂ ਕੋਸ਼ਿਸ਼ ਜ਼ਰੂਰ ਕਰਦਾ। ਸੋ ਇਸ ਤਰ੍ਹਾਂ ਮੇਰੇ ਵਰਗੇ ਹੋਰ ਵੀ ਹੋ ਸਕਦੇ, ਮੇਥੋਂ ਬੈਟਰ ਹੋ ਸਕਦੇ, ਐਸੀ ਗੱਲ ਨਹੀਂ। ਪਰ ਹਾਂ, ਜੇ ਕੋਈ ਨਹੀਂ ਕਰ ਸਕਦੇ ਕੰਮ, ਤਾਂ ਫਿਰ ਆਫ ਕੋਰਸ ਇਨਕੁਆਇਰੀ ਤਾਂ ਹੋਣੀ ਚਾਹੀਦੀ, ਚਾਹੇ CBI ਕਰੇ ਜਾਂ ਕੋਈ ਏਜੰਸੀ ਕਰੇ, ਬਿਕਾਜ਼ ਤੁਸੀਂ ਇਸ ਤਰ੍ਹਾਂ ਬਲੈਟੈਂਟਲੀ ਤੁਸੀਂ ਕ੍ਰਾਈਮ ਨਹੀਂ ਦੇਖ ਸਕਦੇ। ਬਲੈਟੈਂਟਲੀ ਹਾਈ ਕੋਰਟ, ਆਨਰੇਬਲ ਹਾਈ ਕੋਰਟ ਨੇ 1 ਵਾਰ ਨਹੀਂ, 2 ਵਾਰ ਨਹੀਂ, 3 ਵਾਰ ਨਹੀਂ, ਕਈ ਵਾਰ ਕਹਿ ਚੁੱਕੇ। ਪਿਛਲੇ 6 ਮਹੀਨਿਆਂ 'ਚ ਹਾਈ ਕੋਰਟ ਨੇ ਕਈ ਵਾਰ ਸਰਕਾਰ ਨੂੰ ਚਿਤਾਇਆ ਹੈ ਕਿ ਭਾਈ ਇਲੀਗਲ ਸੈਂਡ ਮਾਈਨਿੰਗ ਹੋ ਰਹੀ ਹੈ, ਇਲੀਗਲ ਮਾਈਨਿੰਗ ਹੋ ਰਹੀ ਹੈ, ਤੁਸੀਂ ਐਕਸ਼ਨ ਲਓ। ਬਟ ਸਟਿਲ ਦੈਨ ਗਵਰਨਮੈਂਟ ਇਜ਼ ਨਾਟ ਟੇਕਿੰਗ। ਇਹਦਾ ਮਤਲਬ ਹੈ ਕਿਤੇ ਨਾ ਕਿਤੇ ਗਵਰਨਮੈਂਟ ਦੇ ਕੋਈ ਇਨਫਲੂਐਂਸ਼ੀਅਲ ਬੰਦੇ ਵੀ ਉਹਦੇ ਵਿੱਚ ਸ਼ਾਮਿਲ ਨੇ, ਜਾਂ ਉਹ ਕੁਛ ਨਹੀਂ ਕਰਨਾ ਚਾਹੁੰਦੇ, ਜਾਂ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੈ, ਕੁਛ ਨਾ ਕੁਛ ਤਾਂ ਹੈ। ਹੁਣ ਸਰ ਇਹ ਤਾਂ ਗੱਲ ਮਾਈਨਿੰਗ ਦੀ ਸੀਗੀ ਹੈ ਨਾ, ਤੁਸੀਂ ਬਹੁਤ ਵੱਡੇ ਇਹਦੇ ਵਿੱਚ ਕੋਈ ਖੁਲਾਸੇ ਵੀ ਕੀਤੇ ਆ, ਇਹ ਤਾਂ ਗੱਲ ਮਾਈਨਿੰਗ ਦੀ ਸੀ। ਅਜਿਹੀਆਂ ਖਾਮੀਆਂ, ਸਭ ਤੋਂ ਵੱਡੀ ਖਾਮੀ ਤਾਂ ਲਾਅ ਐਂਡ ਆਰਡਰ ਦੇ ਵਿੱਚ ਵੀ ਦੇਖੀ ਜਾ ਰਹੀ ਹੈ। ਆਏ ਦਿਨ ਕਤਲ ਹੋ ਰਹੇ ਆ, ਐਵਰੇਜ 2-3 ਕਤਲ ਹੋ ਰਹੇ ਆ। ਉਦੋਂ ਇਹਨਾਂ ਦੀ ਸਰਕਾਰ ਦਾ ਲਾਅ ਐਂਡ ਆਰਡਰ ਫੇਲ ਹੋ ਰਿਹਾ ਜਦੋਂ ਕੁੰਵਰ ਵਿਜੇ ਪ੍ਰਤਾਪ ਵਰਗਾ ਅਫਸਰ ਇਹਨਾਂ ਦੇ ਕੋਲ, ਇੱਕ ਤਜਰਬੇਕਾਰ, ਇੱਕ ਇਮਾਨਦਾਰ, ਧਾਕੜ ਅਫਸਰ ਵੀ ਹੋਵੇ, ਪਰ ਉਹਦੇ ਹੁੰਦਿਆਂ ਵੀ ਇਹਨਾਂ ਤੋਂ ਲਾਅ ਐਂਡ ਆਰਡਰ ਨਾ ਸਾਂਭਿਆ ਜਾਵੇ, ਔਰ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਤਰੀਕੇ ਨਾਲ ਅੱਖੋਂ ਪਰੋਖੇ ਕੀਤਾ। ਤੁਸੀਂ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ? ਨਹੀਂ, ਜਿਹੜੇ ਕੰਪੀਟੈਂਟ ਅਫਸਰ ਨੇ, ਜਾਂ ਪਹਿਲਾਂ ਦੇ ਅਫਸਰ ਨੇ, ਜਾਂ ਕੋਈ ਵੀ ਕੰਪੀਟੈਂਟ ਪਰਸਨ ਸਰਕਾਰ ਦੇ ਕੋਲ ਹੈਗੇ, ਉਹਨਾਂ ਦੀ ਸਰਵਿਸਿਜ਼ ਲੈਣੀ ਚਾਹੀਦੀ ਹੈ। ਕੁੰਵਰ ਵਿਜੇ ਪ੍ਰਤਾਪ ਵੀ ਕੰਪੀਟੈਂਟ ਅਫਸਰ ਨੇ, ਰਹੇ ਨੇ, ਤੇ ਇਸ ਤਰ੍ਹਾਂ ਦੇ ਹੋਰ ਵੀ ਕੋਈ ਅਫਸਰ ਨੇ, ਇਹ ਕੁੰਵਰ ਨੇ, ਤੇ ਸਰਕਾਰ ਨੂੰ ਚਾਹੀਦਾ ਤਾਂ ਹੈ ਹੀ ਕਿ ਉਹਨਾਂ ਦੀ ਸਰਵਿਸਿਜ਼ ਲਓ, ਬਿਕਾਜ਼ ਉਹ ਮਿਸਯੂਜ਼, ਤੁਸੀਂ ਉਹਨੂੰ ਯੂਟੀਲਾਈਜ਼ ਨਹੀਂ ਕਰੋਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਸੋ ਇਸ ਤਰ੍ਹਾਂ ਕੋਈ ਹੋਰ ਵੀ ਅਫਸਰ ਜੇ ਇਹਨਾਂ ਕੋਲ ਹੈਗੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਭਗਵੰਤ ਮਾਨ ਪੁਲਿਸਿੰਗ ਵਧੀਆ ਕਰ ਸਕਦੇ ਆ ਕੁੰਵਰ ਵਿਜੇ ਪ੍ਰਤਾਪ? ਨਹੀਂ, ਪੁਲਿਸਿੰਗ ਤਾਂ ਪੁਲਿਸ ਅਥਾਰਟੀਜ਼ ਨੇ ਕਰਨੀ ਹੈ, ਪਰ ਜਿਹੜੀ ਡਾਇਰੈਕਸ਼ਨ ਹੈ ਗ੍ਰਹਿ ਮੰਤਰੀ ਦੇ ਤੌਰ ਤੇ, ਜਿਹੜੇ ਡਾਇਰੈਕਸ਼ਨ ਹੈ ਤੇ ਜਿਹੜੇ ਪੋਲਿਸੀ ਡਿਸੀਜਨ ਨੇ, ਉਹ ਪੋਲੀਟੀਕਲ ਅਥਾਰਟੀ ਨੇ ਲੈਣੇ ਹੈ, ਇਹਨੂੰ ਇਨਫੋਰਸਮੈਂਟ ਕਰਨਾ ਹੈ ਪੁਲਿਸ ਅਥਾਰਟੀਜ਼ ਨੇ। ਸੋ ਐਸੀ ਨਹੀਂ ਗੱਲ ਮੇਰੇ ਹਿਸਾਬ ਨਾਲ ਕਿ ਜਿਹੜੀ ਨਹੀਂ ਹੋ ਸਕਦੀ ਹੈ, ਪਰ ਕ੍ਰਾਈਮ ਤਾਂ ਆਫ ਕੋਰਸ, ਚਾਹੇ ਕਿਡਨੈਪਿੰਗ ਹੋਏ, ਚਾਹੇ ਗੈਂਗਸਟਰਸ ਹੋਣ, ਚਾਹੇ ਦੂਸਰੇ ਐਕਸਟੋਰਸ਼ਨ ਹੋਏ, ਇਹ ਇਸ ਤਰ੍ਹਾਂ ਦੇ ਕ੍ਰਾਈਮ ਤਾਂ ਹੋ ਰਹੇ, ਵੱਧ ਰਹੇ, ਇਨਕਰੀਜ਼ ਤਾਂ ਹੈ। ਬਿਲਕੁਲ। ਤਾਂ ਕੀ ਲੱਗਦਾ ਕਿ ਇਹਦਾ ਹੱਲ ਕੀ ਹੈ ਫਿਰ? ਇਹਨਾਂ ਤੋਂ ਹੋ ਨਹੀਂ ਰਿਹਾ, ਜਾਂ ਕਰ ਨਹੀਂ ਪਾ ਰਹੇ, ਜਾਂ ਕੁਛ ਇਹੋ ਜਿਹੇ ਡਿਸੀਜਨ ਨਹੀਂ ਲੈ ਪਾ ਰਹੇ ਜਿਹੜੇ ਲੈ ਲੈਣੇ ਚਾਹੀਦੇ ਸੀ, ਤਾਂ ਫਿਰ ਕੰਟਰੋਲ ਹੋ ਜਾਂਦਾ? ਇਹਨਾਂ ਨੂੰ ਪਤਾ ਹੈ ਕੀ ਡਿਸੀਜਨ ਲੈਣੇ ਹੈ, ਸੋ ਦੇ ਸ਼ੁਡ ਟੇਕ ਦੀ ਡਿਸੀਜਨਸ। ਪਬਲਿਕ ਦੇ ਵਿੱਚ ਇਹ ਇਮੇਜ ਨਹੀਂ ਜਾਣੀ ਚਾਹੀਦੀ ਕਿ ਸਰਕਾਰ ਕੁਛ ਨਹੀਂ ਕਰ ਰਹੀ, ਜਾਂ ਕਿ ਕ੍ਰਿਮੀਨਲ ਦਾ ਅਪਰ ਹੈਂਡ, ਕ੍ਰਿਮੀਨਲ ਦਾ ਕਿਸੇ ਵੀ ਸਟੇਟ ਦੇ ਵਿੱਚ, ਕਿਸੇ ਵੀ ਕੰਟਰੀ ਦੇ ਵਿੱਚ ਅਪਰ ਹੈਂਡ ਨਹੀਂ ਹੋਣਾ ਚਾਹੀਦਾ। ਅੱਜ ਦੀ ਜਿਹੜੀ ਹਾਲਾਤ ਨੇ ਪੰਜਾਬ 'ਚ, ਉਹਦੇ ਵਿੱਚ ਇਹ ਲੱਗਦਾ ਕ੍ਰਿਮੀਨਲ ਬੇਖੌਫ ਨੇ, ਕਈ ਤਰ੍ਹਾਂ ਦੇ ਕ੍ਰਿਮੀਨਲ ਬੇਖੌਫ ਹੈ। ਸੋ ਕ੍ਰਿਮੀਨਲ ਦਾ ਬੇਖੌਫ ਹੋਣਾ ਠੀਕ ਨਹੀਂ ਸਮਾਜ ਵਾਸਤੇ। ਦੇਖੋ, ਮੈਂ ਇੱਕ ਆਖਰੀ ਸਵਾਲ ਜਿਹੜਾ ਉਹ ਪੁੱਛਣਾ ਚਾਹੂੰਗਾ ਕਿ ਸਰ, ਐਜ਼ ਆ ਪੰਜਾਬੀ, ਮੈਂ ਐਜ਼ ਆ ਅਫਸਰ ਜਾਂ ਸਰਦਾਰ ਨਰਿੰਦਰ ਸਿੰਘ ਨਹੀਂ, ਐਜ਼ ਆ ਪੰਜਾਬੀ, ਪੰਜਾਬ ਸਰਕਾਰ ਨੂੰ ਸਾਰੀਆਂ ਪਾਸਿਓਂ, ਚਾਹੇ ਲਾਅ ਐਂਡ ਆਰਡਰ ਹੈ, ਚਾਹੇ ਉਹਨਾਂ ਦੇ ਕੰਮਕਾਜ ਨੂੰ ਲੈ ਕੇ, ਕੀ ਲੱਗਦਾ ਕਿੱਥੇ ਕੁ ਜੇ ਖੜੇ ਦੇਖਦੇ ਹੋ? ਕਿੰਨੇ ਕੁ ਨੰਬਰ ਦਿੰਦੇ ਹੋ 10 ਦੇ ਵਿੱਚੋਂ? ਨਹੀਂ, ਨੰਬਰ ਤਾਂ ਦੇਣਾ ਥੋੜ੍ਹਾ ਮੁਸ਼ਕਿਲ ਹੋਊਗਾ, ਪਰ ਮੇਰੇ ਹਿਸਾਬ ਨਾਲ ਜਿੰਨਾ ਇਹਨਾਂ ਨੇ ਕਲੇਮ ਕੀਤੇ ਸੀ, ਅਤੇ ਜਿੰਨੀ ਲੋਕਾਂ ਦੀ ਉਮੀਦਾਂ ਸੀਗੀਆਂ, ਤਾਂ ਉਹਦੇ ਹਿਸਾਬ ਨਾਲ ਪਰਫੋਰਮੈਂਸ ਨਹੀਂ ਹੈਗੀ, ਠੀਕ ਨਹੀਂ ਹੈਗੀ, ਉਨੀ ਠੀਕ ਨਹੀਂ ਹੈਗੀ। ਖਮਿਆਜਾ ਭੁਗਤਣਾ ਪੈ ਸਕਦਾ 24 'ਚ? ਉਹ ਤਾਂ ਲੋਕਾਂ ਨੇ ਡਿਸਾਈਡ ਕਰਨਾ, ਪਰ ਇੱਕ ਸਾਡੀ ਜਿਹੜੀ ਉਮੀਦ ਹੈ, ਲੋਕਾਂ ਦੀ, ਆਮ ਲੋਕਾਂ ਦੀ ਜਿਹੜੀ ਉਮੀਦ ਹੈ, ਉਹ ਇਹ ਹੈ ਕਿ ਬਈ ਨਵੀਂ ਸਰਕਾਰ ਹੈ, 1.5 ਸਾਲ ਹਲੇ ਹੋਇਆ ਹੈ, ਇਹਨਾਂ ਦੇ ਕਲੇਮ ਵੀ ਬਹੁਤ ਸੀਗੇ, ਅਸੀਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਸਭ ਕੁਛ ਕਰ ਦਿਆਂਗੇ, ਠੀਕ ਕਰ ਦਿਆਂਗੇ। ਸੇ ਉਹ ਠੀਕ ਇਹਨਾਂ ਨੂੰ ਕਰਨਾ ਤਾਂ ਚਾਹੀਦਾ। ਜੇ
ਇਫ ਦੇ ਫੇਲ ਤੇ ਫਿਰ ਇਹਨਾਂ ਦਾ ਵੀ ਹਾਲ ਉਹੀ ਹੋਣਾ ਜਿਹੜੇ ਪਹਿਲਾਂ ਵਾਲਿਆਂ ਦਾ ਹੋਇਆ। ਬਿਲਕੁਲ। ਮਤਲਬ ਪਬਲਿਕ ਨੇ ਕਿਸੇ ਨੂੰ ਮਾਫ ਤਾਂ ਕਰਨਾ ਨਹੀਂ। ਯੈਸ, ਬਿਲਕੁਲ ਸਰ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤਾਂ ਇਹ ਸਨ ਸਰਦਾਰ ਨਰਿੰਦਰ ਸਿੰਘ, ਜਿਨ੍ਹਾਂ ਦੇ ਵੱਲੋਂ ਇਹ ਜ਼ਮੀਨ ਜਿਹੜੀ ਆ ਭੋਲਾ ਡਰੱਗ ਰੈਕਟ ਦੇ ਵਿੱਚ ਜਿਹੜੀ ਆ ਜ਼ਬਤ ਕੀਤੀ ਗਈ ਸੀ, ਔਰ ਬਹੁਤ ਵੱਡੇ ਖੁਲਾਸੇ ਇਹਦੇ ਵਿੱਚ ਹੋਏ ਆ ਕਿ ਇਸ ਦੇ ਵਿੱਚ ਈਡੀ ਨੂੰ ਵੀ ਜਾਣਕਾਰੀ ਸੀ ਕਿ ਇਸ ਜ਼ਮੀਨ ਦੇ ਉੱਪਰ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਪਰ ਇਹਦੇ ਵਿੱਚ ਉਹਨਾਂ ਨੇ ਵੀ ਕੋਈ ਕਾਰਵਾਈ ਜਿਹੜੀ ਕੀਤੀ ਨਹੀਂ। ਜੇ ਹੋਈ ਤਾਂ ਉਹ ਮਾਈਨਿੰਗ ਵਿਭਾਗ ਵੱਲੋਂ ਕਰਾਈ ਗਈ, ਪਰ ਉਹਦੇ ਵਿੱਚ ਵੀ ਬਹੁਤ ਵੱਡੀਆਂ ਖਾਮੀਆਂ। ਹੁਣ ਹਾਈ ਕੋਰਟ ਨੇ ਇਹ ਗੱਲ ਕਹੀ ਹੈ ਕਿ ਜੇਕਰ ਸਹੀ ਤਰੀਕੇ ਦੇ ਨਾਲ ਅਗਲੀ ਤਰੀਕ ਤੱਕ ਜਾਂਚ ਕਰਕੇ ਅਸਲੀ ਦੋਸ਼ੀ ਫੜੇ ਨਹੀਂ ਜਾਂਦੇ ਤਾਂ ਠੀਕ ਹੈ, ਜੇ ਨਾ ਫੜੇ ਗਏ ਤਾਂ ਅਸੀਂ ਜਿਹੜਾ ਇਹ ਕੇਸ ਜਿਹੜਾ CBI ਨੂੰ ਦੇ ਸਕਦੇ ਹਾਂ। ਹੁਣ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ। ਉਮੀਦ ਕਰਦੇ ਹਾਂ ਕਿ ਸਰਦਾਰ ਨਰਿੰਦਰ ਸਿੰਘ ਹੋਰਾਂ ਨਾਲ ਇਹ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।